ਮਹਿਮਾ ਮਿਲੇ, ਚਾਹੇ ਹੋ ਮੇਰਾ ਅਪਮਾਨ। ਪ੍ਰਭੂ ਨੂੰ ਮਹਿਮਾ ਮਿਲਣੀ ਚਾਹੀਦੀ, ਭਾਵੇਂ ਸਾਨੂੰ ਕੋਈ ਕੁਛ ਵੀ ਬੋਲੇ। ਅੱਜ ਬੜਾ ਸਪੈਸ਼ਲ ਵਚਨ ਆ, ਇਹ ਮੇਰਾ ਬੈਸਟ ਵਚਨ ਆ ਕਿ ਵਾਕਿਆ ਹੀ ਬੜੀ ਦੇਰ ਦੀ ਗੱਲ, ਕੋਈ ਖੁਦਾ ਦਾ ਦਾਸ, ਮੈਂ ਫਤਿਹਗੜ੍ਹ ਚੂੜੀਆਂ, ਜਦੋਂ ਮੈਨੂੰ 2016 ਦੇ ਵਿੱਚ ਖੁਦਾ ਨੇ ਆਪਣਾ ਅਭਿਸ਼ੇਕ ਦਿੱਤਾ, ਮੈਨੂੰ ਮਸਾ ਦਿੱਤਾ ਪ੍ਰਭੂ ਦੀ ਮਹਿਮਾ ਦੇ ਵਾਸਤੇ, ਮੇਰੀ ਪੂਰੀ ਟੀਮ ਅਸੀਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਗਏ, ਸਾਰੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਗਏ। ਉਸ ਜਗ੍ਹਾ ਤੇ ਮੈਨੂੰ ਵਰਸ਼ਿਪ ਕਰਨ ਦਾ ਟਾਈਮ ਨਹੀਂ ਦਿੱਤਾ। ਮੈਂ ਨਾਰਾਜ਼ ਹੋ ਗਿਆ ਕਿਸੇ ਖੁਦਾ ਦੇ ਦਾਸ ਦੇ ਨਾਲ। ਉਹਨੇ ਮੈਨੂੰ ਬੋਲਿਆ, ਮੈਂ ਉਸ ਜਗ੍ਹਾ ਤੋਂ ਨਾਰਾਜ਼ ਹੋ ਕੇ ਆ ਗਿਆ। ਸਾਰੀ ਟੀਮ ਚ ਸਾਰੇ ਸੰਗਤ, ਪੂਰੀ ਸੰਗਤ ਨੇ ਵੀ ਕਿਹਾ ਕਿ ਇਹਨਾਂ ਗਲਤ ਕੀਤਾ, ਕਿਉਂਕਿ ਮੇਰੇ ਜੀ ਸਾਥੀਓ, ਜਿਹੜੇ ਸਿਆਣੇ ਲੋਕ ਆ ਉਹ ਸਮੇਂ ਦੀ ਕਦਰ ਕਰਦੇ ਆ। ਅਸੀਂ ਬਹੁਤ ਸਮੇਂ ਦੀ ਕਦਰ ਨਹੀਂ ਕੀਤੀ, ਔਰ ਪ੍ਰਭੂ ਦੀ ਡਾਂਟ ਵੱਜੀ ਤੇ ਅੱਜ 10 ਤੋਂ 2 ਮੀਟਿੰਗ ਦਾ ਟਾਈਮ ਸੈੱਟ ਹੋਇਆ ਵਾ, ਕਿਉਂਕਿ ਮੇਰੀ ਕਲੀਸਿਆ ਦੇ ਵਿੱਚ ਬਹੁਤ ਸਾਰੇ ਲੋਕ ਵਿਗੜਨ ਦਾ ਕਾਰਨ ਮੇਰੇ ਟਾਈਮ ਟੇਬਲ ਹੀ। ਔਰ ਪਰਮੇਸ਼ਰ ਦਾ ਮੈਂ ਧੰਨਵਾਦ ਕਰਦਾ। ਅੱਗੇ ਤੋਂ ਮੈਂ ਸੋਚਦਾ ਕਿ ਖੁਦਾ ਮੈਨੂੰ ਐਸੀ ਬੁੱਧੀ ਦੇ ਕੇ ਇਸਤੇਮਾਲ ਕਰ ਤੇ ਮੈਂ ਵਕਤ ਦੀ ਕਦਰ ਕਰਾਂ, ਔਰ ਜਦ ਵਕਤ ਦੀ ਕਦਰ ਹੋਏਗੀ ਤੇ ਸੁਪਰ ਡੁਪਰ ਬਣਨ ਤੋਂ ਰੋਕ ਨਹੀਂ ਸਕਦਾ ਸਾਨੂੰ। ਔਰ ਮੇਰੇ ਜੀ ਸਾਥੀਓ, ਪਾਸਟਰ ਜੀ ਦੇ ਨਾਲ ਮੇਰੀ ਮੁਲਾਕਾਤ ਹੋਈ ਤੇ ਬੇਟੇ ਨੇ ਮੈਨੂੰ ਰੋਕਿਆ ਵੀ ਬ੍ਰਦਰ ਤੁਸੀਂ ਨਾਰਾਜ਼ ਨਾ ਹੋ, ਤੁਸੀਂ ਕਰ ਲਓ, ਮੈਂ ਤੁਹਾਨੂੰ ਕੱਲ ਟਾਈਮ ਦਵਾਂਗਾ। ਪਰ ਮੇਰੇ ਜੀ ਸਾਥੀਓ, ਮੈਂ ਆਤਮਿਕ ਹੋ ਕੇ ਵੀ ਮੇਰਾ ਸੁਭਾਅ ਬਹੁਤ ਗਰਮ ਸੀ, ਨਹੀਂ ਸੀ ਪਤਾ। ਤੁਸੀਂ ਨਾ ਸੋਚੋ ਕਿ ਤੁਹਾਨੂੰ ਅੱਜ ਗੈਰ ਭਾਸ਼ਾ ਮਿਲ ਗਈ ਹੈ, ਗੈਰ ਭਾਸ਼ਾ ਕੀ ਗਿਫਟ ਆ, ਔਰ ਤੁਹਾਨੂੰ ਆਪਣੇ ਸੁਭਾਅ ਵਿੱਚ ਨਵੇਂ ਬਣਨਾ ਪੈਣਾ। ਮਸਾ ਮਿਲ ਵੀ ਗਿਆ ਤਾਂ ਵੀ ਤੁਹਾਨੂੰ ਨਵੇਂ ਬਣਨਾ ਪੈਣਾ, ਤਾਂ ਵੀ ਤੁਹਾਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਪੈਣਾ। ਬਾਈਬਲ 'ਚ ਲਿਖਿਆ ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਸੀ। ਔਰ ਮੇਰੇ ਜੀ ਸਾਥੀਓ, ਉਸ ਖੁਦਾ ਦੇ ਖਾਦਮ ਨੇ ਇਹ ਮੈਂ ਵਚਨ ਤੁਹਾਨੂੰ ਕਿਉਂ ਬੋਲਿਆ? ਅੱਜ ਮੈਂ ਐਸੇ ਲੋਕ ਸੁਣ ਰਿਹਾ ਕਿ ਜਿਹੜੇ ਆਪਣੇ ਘਰਾਂ 'ਚ ਲੜ ਰਹੇ ਆ, ਖਿੱਚ ਰਹੇ ਆ, ਉਹ ਮੈਕ ਫੜ ਕੇ ਵੀ ਬੜੀਆਂ ਵੱਡੀਆਂ ਗੱਲਾਂ ਬੋਲਦੇ ਆ। ਉਹ ਦੂਸਰੇ ਵਾਸਤੇ ਬੋਲਦੇ ਆ, ਆਪ ਸਭ ਕੁਝ ਉਹੀ ਕਰਦੇ ਆ, ਦੂਸਰੇ ਨੂੰ ਸਿਖਾਉਂਦੇ ਕਿ ਤੂੰ ਸੁਣ ਸਾਡੇ ਕੋਲ ਸਿੱਖ। ਮੇਰੇ ਜੀ ਸਾਥੀਓ, ਕਿਸੇ ਨੂੰ ਸਿਖਾਉਣ ਤੋਂ ਪਹਿਲਾਂ ਸਾਨੂੰ ਆਪਣੇ ਤੇ ਪ੍ਰਚਾਰ ਕਰਨ ਦੀ ਲੋੜ ਆ। ਇਹ ਪ੍ਰਚਾਰ ਮੈਂ ਕਿਸੇ ਲਈ ਨਹੀਂ ਕਰ ਰਿਹਾ, ਪ੍ਰਚਾਰ ਮੈਂ ਆਪਣੇ ਲਈ ਕਰ ਰਿਹਾ ਕਿ ਅੱਜ ਮੇਰੇ ਜੀਵਨ 'ਚ ਚੇਂਜ ਹੈ, ਮੇਰਾ ਸੁਭਾਅ ਬਦਲਿਆ। ਜੇ ਮੇਰਾ ਸੁਭਾਅ ਨਹੀਂ ਬਦਲਿਆ ਤੇ ਮੈਨੂੰ ਬਦਲਣ ਦੀ ਲੋੜ ਆ। ਜਿਹਨੇ ਸੁਣ ਰਹੇ ਆ ਤੇ ਉਹਨਾਂ ਨੂੰ ਸੁਣ ਕੇ ਬਦਲਣ ਦੀ ਲੋੜ ਆ। ਔਰ ਬਾਈਬਲ 'ਚ ਲਿਖਿਆ ਪਿਆਰ ਬਹੁਤੇ ਪਾਪਾਂ ਨੂੰ ਕੀ ਕਰ ਲੈਂਦਾ, ਢੱਕ ਲੈਂਦਾ। ਆਮੀਨ। ਔਰ ਮੇਰੇ ਜੀ ਸਾਥੀਓ, ਖੁਦਾ ਦੇ ਦਾਸ ਨੇ ਉਸ ਤੋਂ ਬਾਅਦ ਸਾਡਾ ਕੋਆਰਡੀਨੇਟਰ ਸੀ ਪੰਜਾਬ ਦੇ, ਸ਼ਲੋਮ ਇੰਟਰਨੈਸ਼ਨਲ ਮਿਸ਼ਨ ਚਰਚ ਦੇ ਜਿਹੜੇ ਕੋਆਰਡੀਨੇਟਰ ਪੰਜਾਬ ਦੇ ਸੀ। ਜਦੋਂ ਮੇਰੇ ਘਰ ਮੀਟਿੰਗ ਕਰਨ ਵਾਸਤੇ ਤੇ ਮੈਨੂੰ ਮਿਲੇ, ਕਹਿੰਦੇ ਮੈਂ ਤੈਨੂੰ ਇੱਥੇ ਕੁਝ ਨਹੀਂ ਕਵਾਂਗਾ, ਮੈਂ ਤੇਰੇ ਘਰੇ ਆਣ ਕੇ ਤੇਰੇ ਨਾਲ ਗੱਲ ਕਰਾਂਗਾ। ਮੇਰੇ ਜੀ ਸਾਥੀਓ, ਜਦੋਂ ਨੇ ਬਾਈਬਲ ਦੇ ਵਚਨਾਂ ਦੇ ਵਿੱਚ ਗੱਲ ਕੀਤੀ ਔਰ ਇੱਕ ਇੱਕ ਵਚਨ ਦਿੱਤਾ, ਔਰ ਮੈਨੂੰ ਪਤਾ ਲੱਗਾ ਕਿ ਵਾਕਿਆ ਹੀ ਅੱਜ ਭਾਵੇਂ ਮੇਰੇ ਕੋਲ ਮਸਾ ਵੀ ਆ, ਫਿਰ ਵੀ ਮੈਨੂੰ ਅਧੀਨ ਹੋਣ ਦੀ ਲੋੜ ਹੈ, ਆਪਣੇ ਆਪ ਨੂੰ ਹੋਰ ਵੀ ਨੰਬਰ ਕਰਨ ਦੀ ਲੋੜ ਆ। ਜਿੰਨੇ ਅਸੀਂ ਨੀਵੇਂ ਹੁੰਦੇ ਜਾਵਾਂਗੇ, ਉਨੇ ਉਵੇਂ ਹੀ ਫਲਵੰਤ ਹੁੰਦੇ ਜਾਵਾਂਗੇ। ਆਮੀਨ। ਇਸ ਕਰਕੇ ਜਿੰਨੇ ਮੇਰੇ ਭੈਣ ਭਰਾ ਜੇ ਗੁੱਸੇ ਵਾਲੇ ਆ, ਤੇ ਸਿਰਫ ਇਹੋ ਪ੍ਰੇਅਰ ਕਰੋ ਕਿ ਪ੍ਰਭੂ ਜੀ ਮੇਰੇ ਸੁਭਾਅ ਨੂੰ ਚੇਂਜ ਕਰੋ। ਜੇ ਤੁਹਾਡਾ ਸੁਭਾਅ ਚੇਂਜ ਹੋ ਗਿਆ ਤੇ ਮੰਨ ਲਓ ਕਿ ਤੁਸੀਂ ਸਭ ਕੁਝ ਤੁਸੀਂ ਬਲੈਸਡ ਜੀ। ਬਾਈਬਲ ਦੇ ਵਿੱਚ ਵੇਖੋ, ਸ਼ੈਤਾਨ ਨੇ ਬਾਰ-ਬਾਰ ਪਰਮੇਸ਼ਰ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਜਾਣਦਾ ਸੀ। ਹੁਣ ਵੇਖੋ, ਮੈਨੂੰ ਜਦ ਇਹ ਵਚਨ ਖੁਦਾ ਦੇ ਦਾਸ ਨੇ ਦਿੱਤੇ ਤੇ ਮੈਨੂੰ ਸਮਝ ਲੱਗੀ ਕਿ ਵਾਕਿਆ ਪਿਤਾ, ਕਿਉਂਕਿ ਵੇਖੋ ਕਰੰਥੀਆਂ ਦੀ ਕਿਤਾਬ 'ਚ ਤੁਸੀਂ ਪੜ੍ਹਦੇ ਜੇ ਘਰ ਦੇ ਵਿੱਚ ਕੀ ਲਿਖਿਆ ਉਹ ਜਗ੍ਹਾ ਤੇ, ਉਸ ਜਗ੍ਹਾ ਤੇ ਲਿਖਿਆ ਕਰੰਥੀਆਂ ਫਸਟ ਅਧਿਆਇ ਦਾ ਤੁਸੀਂ 13 ਦੀ ਫਸਟ ਪੜ੍ਹਦੇ ਜੇ, ਉੱਥੇ ਲਿਖਿਆ ਭਾਵੇਂ ਮੈਂ ਸਵਰਗ ਦੂਤਾਂ ਦੀਆਂ ਬੋਲੀਆਂ ਬੋਲਾਂ, ਭਾਵੇਂ ਇਹੋ ਜਿਹੀ ਨੇਚਰ ਰੱਖਾਂ ਕਿ ਜਿਹੜੀ ਪਹਾੜਾਂ ਨੂੰ ਹਟਾ ਦੇ। ਉੱਥੇ ਲਿਖਿਆ ਜੇ ਮੈਂ ਪਿਆਰ ਨਾ ਰੱਖਾਂ ਤੇ ਮੈਂ ਛਨ ਕਰਨ ਵਾਲੇ ਛਾਣੀ ਤੇ ਠਨ ਕਰਨ ਵਾਲਾ ਪਿੱਤਲ ਬਣਿਆ। ਆਮੀਨ। ਇਸ ਕਰਕੇ ਮੇਰੇ ਜੀ ਸਾਥੀਓ, ਸੁਭਾਅ ਵਿੱਚ ਨਵੇਂ ਬਣੋ। ਕਿ ਵੈਰ ਦੇ ਵਾਸਤੇ ਮੈਂ ਖਾਸ ਕਰਕੇ ਕਹਿੰਦਾ ਕਿ ਇੱਕ ਦੂਜੇ ਨੂੰ ਕਾਲ ਕਰੋ, ਇੱਕ ਦੂਜੇ ਦਾ ਪਤਾ ਲਾਓ। ਤੁਸੀਂ ਭੈਣ ਭਰਾ ਜੀ, ਅਸੀਂ ਉਹ ਲੋਕ ਨਹੀਂ, ਅਸੀਂ ਸੰਸਾਰਿਕ ਲੋਕ ਨਹੀਂ ਆ। ਬਾਈਬਲ 'ਚ ਲਿਖਿਆ ਮੈਂ ਤੁਹਾਨੂੰ ਜਗਤ 'ਚੋਂ ਵੱਖਰਾ ਕਰ ਲਿਆ ਵਾ। ਯਹੂਨਾ ਦੀ ਇੰਜੀਲ ਜਦ ਤੁਸੀਂ 15 ਦੀ 16 ਐਤ ਪੜ੍ਹਦੇ ਹੋ, ਜਗ੍ਹਾ ਤੇ ਕੀ ਲਿਖਿਆ ਕਿ ਤੁਸੀਂ ਨਹੀਂ ਮੈਨੂੰ ਚੁਣਿਆ, ਮੈਂ ਤੁਹਾਨੂੰ ਚੁਣਿਆ, ਠਹਿਰਾਇਆ ਕਿ ਤੁਸੀਂ ਫਲ ਲੈ ਕੇ ਆਓ, ਤੁਹਾਡੇ ਫਲ ਕਾਇਮ ਰਹਿਣ।
ਮੇਰੇ ਜੀ ਸਾਥੀਓ, ਜਦ ਮੈਂ ਇਹਨਾਂ ਵਚਨਾਂ ਨੂੰ ਪੜ੍ਹਿਆ ਤੇ ਮੈਨੂੰ ਸਮਝ ਲੱਗੀ ਕਿ ਵਾਕਿਆ ਸਹੀ ਗੱਲ ਆ, ਮੈਂ ਬਹੁਤ ਗਲਤ ਹਾਂ। ਅੱਜ ਜੇ ਤੁਸੀਂ ਆਪਣੇ ਆਪ ਨੂੰ ਸੋਚ ਰਹੇ ਨੇ ਕਿ ਮੈਂ ਬਿਲਕੁਲ ਸਹੀ ਚੱਲ ਰਿਹਾ ਹਾਂ, ਤਾਂ ਤੁਹਾਨੂੰ ਪਵਿੱਤਰ ਬਾਈਬਲ ਜਿਹੜਾ ਧਿਆਨ ਦੇ ਕੇ ਪੜ੍ਹਨ ਦੀ ਲੋੜ ਆ ਕਿ ਕਿੱਥੇ ਸਹੀ ਚੱਲਣੇ ਆ। ਕਿਉਂਕਿ ਪਵਿੱਤਰ ਬਾਈਬਲ ਕੀ ਆ, ਇੱਕ ਸ਼ੀਸ਼ਾ ਵਾ, ਤੁਹਾਨੂੰ ਮੂੰਹ ਦਿਖਾਵੇਗੀ ਆ ਕਰਕੇ ਕਿ ਦੇਖ ਤੂੰ ਕੀ ਕਰ ਰਿਹਾ। ਅੱਜ ਬਹੁਤ ਸਾਰੇ ਲੋਕ YouTube ਤੇ ਪ੍ਰਚਾਰ ਸੁਣ ਲੈਂਦੇ, ਬਸ ਸੁਣਨਾ ਹੀ ਆ। ਮੇਰੇ ਜੀ ਸਾਥੀਓ, ਪ੍ਰਚਾਰ ਨੂੰ ਸੁਣਨਾ ਨਹੀਂ, ਪ੍ਰਚਾਰ ਦੇ ਉੱਪਰ ਚੱਲਣਾ ਵਾ। ਆਮੀਨ। ਜੇ ਸੁਣੋਗੇ ਚੱਲੋਗੇ ਨਹੀਂ। ਬਾਈਬਲ 'ਚ ਲਿਖਿਆ ਅਬਰਾਹਮ ਨੇ ਸੁਣਿਆ, ਸਮਝਿਆ, ਉਹਦੇ ਉੱਪਰ ਚੱਲਿਆ। ਯਾਕੂਬ ਦੀ ਪੱਤਰੀ ਤੁਸੀਂ ਮੇਰੇ ਨਾਲ ਖੋਲੋਗੇ, ਉਹਤੇ ਫਸਟ ਦੀ ਜਦ 19 ਆਇਤ ਪੜ੍ਹਦੇ ਜੀ, ਉੱਥੇ ਲਿਖਿਆ ਕਿ ਬੋਲਣ ਵਿੱਚ ਧੀਰੇ, ਸੁਣਨ ਵਿੱਚ ਕਾਲੇ ਤੇ ਗੁੱਸੇ ਵਿੱਚ ਵੀ ਧੀਰੇ ਹੋ। ਔਰ ਬਾਈਬਲ 'ਚ ਲਿਖਿਆ ਮਨੁੱਖ ਦਾ ਕ੍ਰੋਧ ਪਰਮੇਸ਼ਵਰ ਦੇ ਧਰਮ ਦੇ ਕੰਮ ਨਹੀਂ ਕਰਦਾ। ਆਮੀਨ। ਇਹ ਬਚਨ ਮੇਰੇ ਜੀ ਸਾਥੀਓ, ਬਹੁਤ ਸਾਰੇ ਲੋਕ ਮੇਰੇ ਜੀ ਸਾਥੀ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਸੁਭਾਅ ਹੋ ਰਿਹਾ, ਚਰਚ ਵਿੱਚ ਉਹਨਾਂ ਦੇ ਸੁਭਾਅ ਹੋ ਰਿਹਾ, ਜਦੋਂ ਪਾਸਟਰ ਨੂੰ ਮਿਲਣ ਤੋਂ ਸੁਭਾਅ ਹੋ ਰਿਹਾ। ਨਹੀਂ ਮੇਰੇ ਜੀ ਸਾਥੀਓ, ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਕੱਲ, ਆਜ ਔਰ ਜੁਗੋ ਜੁਗ ਇੱਕੋ ਜਿਹਾ ਪਰਮੇਸ਼ਰ, ਉਹ ਨਾ ਬਦਲਣ ਵਾਲਾ ਖੁਦਾ। ਤੁਹਾਡੇ ਸੁਭਾਅ ਘਰ 'ਚ ਮੰਨ ਲਓ ਚਰਚ ਨਹੀਂ ਲੱਗ ਰਹੇ, ਆਪਣੇ ਘਰ ਦੇ ਵਿੱਚ ਵੀ ਤੁਹਾਡੇ ਸੁਭਾਅ ਕਿਹੋ ਜਿਹੇ ਹੋਣੇ ਚਾਹੀਦੇ। ਨੰਬਰ ਮੇਰੇ ਜੀ ਸਾਥੀਓ, ਮੈਂ ਜਿੰਨੇ ਲੋਕ ਇਸ ਵੀਡੀਓ ਨੂੰ ਸੁਣ ਰਹੇ ਨੇ, ਮੈਂ ਤੁਹਾਡੇ ਕੋਲ ਇਹੀ ਬੇਨਤੀ ਕਰਦਾ, ਆਪਣੇ ਘਰਾਂ ਵਿੱਚ ਬਾਈਬਲ ਪੜ੍ਹਨੀ ਲਗਾਤਾਰ ਸ਼ੁਰੂ ਕਰੋ। ਰੋਜ਼ਾਨਾ ਹੀ ਪ੍ਰਭੂ ਦੀ ਮਹਿਮਾ ਕਰੋ, ਵਰਸ਼ਿਪ ਕਰੋ। ਆਪਣੀ ਜਿੰਨੀ ਕੁਵੈਰ ਆ ਆਪਣੇ ਘਰਾਂ 'ਚ ਤਿਆਰੀ ਕਰੋ ਭਜਨਾਂ ਦੀ, ਕਿਉਂਕਿ ਯਹੋਵਾ ਦੇ ਮੁੱਖ ਵਾਕ ਨੂੰ ਜਦ ਤੱਕ ਤੁਸੀਂ ਪੜ੍ਹੋਗੇ ਨਹੀਂ, ਤੁਹਾਨੂੰ ਸਮਝ ਨਹੀਂ ਲੱਗੇਗੀ ਤੁਸੀਂ ਕਿਹੜਾ ਕੰਮ ਕਿੱਦਾਂ ਕਰਨਾ, ਕਿਹੜੀ ਬਰਕਤ ਕਿੱਦਾਂ ਲੈਣੀ ਹੈ, ਕਿਹੜੀ ਪ੍ਰਾਰਥਨਾ ਕਿਵੇਂ ਕਰਨੀ ਹੈ, ਕਿਹੜਾ ਕੰਮ ਕਿੱਦਾਂ ਕਰਨਾ, ਕਿਹੜੀ ਬਲੈਸਿੰਗ ਅਸੀਂ ਕਿੱਦਾਂ ਲੈ ਸਕਦੇ ਹਾਂ। ਕਿਉਂਕਿ ਪਵਿੱਤਰ ਬਾਈਬਲ ਪ੍ਰਭੂ ਨੇ ਸਾਨੂੰ ਕਿਉਂ ਦਿੱਤੀ ਆ? ਸਭ ਤੋਂ ਪਹਿਲਾਂ ਅੱਜ ਤੁਹਾਡੇ ਅੱਗੇ ਕੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਸੁਭਾਅ ਨੂੰ ਚੇਂਜ ਕਰਨ ਦੀ ਲੋੜ ਹੈ। ਜੇ ਤੁਹਾਡਾ ਸੁਭਾਅ ਚੇਂਜ ਆ ਤੇ ਮੈਂ ਕਹਿੰਦਾ ਤੁਹਾਨੂੰ ਹਰ ਆਸ਼ੀਸ਼ ਖੁਦਾ ਵੀ ਕਰੇਗਾ। ਇਸ ਕਰਕੇ ਅੱਜ ਦਾ ਮੇਨ ਟੌਪਿਕ ਕੀ ਹੈ ਕਿ ਸਾਨੂੰ ਆਪਣੇ ਸੁਭਾਅ ਨੂੰ ਬਦਲਣ ਦੀ ਲੋੜ ਹੈ। ਅਗਲੀ ਸਾਈਡ ਤੇ ਜਦ ਅਸੀਂ ਖੁਦਾ ਦੇ ਵਚਨ ਨੂੰ ਪੜਾਂਗੇ, ਹੁਣ ਇਹ ਜਗ੍ਹਾ ਤੇ ਜਦ ਅਸੀਂ ਖੁਦਾ ਦਾ ਵਚਨ ਪੜਿਆ ਵਾ, ਹੁਣ ਅਗਲੀ ਸਾਈਡ ਕਹਿੰਦੀ 4 ਨੰਬਰ ਆਇਤ, ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ। ਆਮੀਨ। ਅੱਜ ਮੰਨ ਲਓ ਮੇਰੇ ਜੀ ਸਾਥੀਓ ਲਾਕਡਾਊਨ ਆ, ਸਾਨੂੰ ਸਿਰਫ ਆਪਣੇ ਹੀ ਸੁਭਾਅ ਤੇ ਧਿਆਨ ਦੇਣ ਦੀ ਲੋੜ ਨਹੀਂ, ਸਾਨੂੰ ਦੂਸਰਿਆਂ ਦੇ ਸੁਭਾਅ ਵੀ ਵੇਖਣਾ, ਦੂਸਰਿਆਂ ਦੇ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਅਸੀਂ ਦੇਖੀਏ, ਹੁਣ ਮੰਨ ਲਓ ਮੈਂ ਵਿਜ਼ਿਟ ਕਰਨ ਜਾਣਾ ਘਰਾਂ 'ਚ, ਮੈਨੂੰ ਪਤਾ ਪ੍ਰੋਬਲਮ ਆ, ਕੰਮ ਬੰਦ ਨੇ, ਕੋਈ ਕਾਰਨ ਪੈਸਾ ਨਹੀਂ ਆ, ਪਰ ਮੈਂ ਕਿਉਂ ਜਾਣਾ ਵਾ ਕਿ ਮੈਂ ਜਾ ਕੇ ਦੇਖਾਂ ਕਿ ਉਹ ਪ੍ਰੇਅਰ ਕਰ ਰਹੇ ਆ, ਫਾਸਟਿੰਗ ਕਰ ਰਹੇ ਆ, ਬਾਈਬਲ ਪੜ੍ਹ ਰਹੇ ਆ, ਕਿ ਜਾਂ ਪਰਤਾਉਣ ਵਾਲੇ ਨੇ ਪਰਤਾਇਆ ਨਾ ਹੋਵੇ ਤਾਂ ਉਹਨਾਂ ਦੀ ਨੀਚੇ ਹੀ ਚਲ ਗਈ ਹੋਵੇ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੇ ਉਹ ਕਿਸੇ ਨੇ ਅਫਵਾਹ ਡਾਤੀ ਵਾਲ ਦੀ ਕਿ ਵਾਲ ਕਰ ਲਓ, ਪਾਣੀ ਦੇ ਵਿੱਚ ਪਾ ਕੇ ਪੀ ਲਓ, ਤੁਹਾਡੇ ਕੋਰੋਨਾ ਵਾਇਰਸ ਉੱਡ ਜਾਏਗਾ। ਐਸੀਆਂ ਅਫਵਾਹਾਂ ਹੋਣਗੀਆਂ ਔਰ ਬਹੁਤ ਸਾਰੇ ਜਿਹੇ ਕੰਮ ਹੋਣਗੇ। ਬਾਈਬਲ 'ਚ ਲਿਖਿਆ ਚੱਲਦੇ ਹੋਏ ਨੂੰ ਵੀ ਲੋਕੀ ਭਲੇਵਿਆਂ 'ਚ ਪਾਉਣਗੇ, ਤੇ ਬੜਾ ਕੁਛ ਹੋਣਾ। ਸ਼ੁਰੂਆਤ ਆ, ਆਰੰਭ ਆ। ਐਸੀਆਂ ਚੀਜ਼ਾਂ ਜਾ ਕੇ ਜਦ ਬਾਈਬਲ ਦੇ ਵਚਨ ਜਾ ਕੇ ਉਹਨਾਂ ਨੂੰ ਦੱਸੀ ਦੀ ਹੈ ਕਿ ਮੇਰੇ ਜੀ ਸਾਥੀਓ ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਨਾ ਦਿਓ, ਜੋ ਪਵਿੱਤਰ ਸ਼ਾਸਤਰ ਦੇ ਵਿੱਚ ਲਿਖਿਆ ਸਾਨੂੰ ਉਹਦੇ ਮੁਤਾਬਕ ਹੀ ਚੱਲਣ ਦੀ ਲੋੜ ਹੈ। ਖੁਦਾ ਤੁਹਾਨੂੰ ਮਿਲੇ ਬਰਕਤ ਦੇਵੇ। ਉਸ ਤੋਂ ਗਾੜੀ ਇੱਥੇ ਲਿਖਿਆ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ। ਸਾਨੂੰ ਦੂਜਿਆਂ ਦੇ ਹਾਲ ਤੇ ਨਿਗਾਹ ਕਰਨ ਦੀ ਲੋੜ ਹੈ। ਕਲੀਸਿਆ ਦਾ ਵੀ ਕੰਮ ਆ ਕਿ ਪਾਸਟਰ ਨੂੰ ਫੋਨ ਕਰਕੇ ਪੁੱਛੇ। ਬਹੁਤ ਸਾਰੇ ਲੋਕਾਂ ਦੇ ਫੋਨ ਕਾਲ ਵੀ ਆਉਂਦੇ ਆ, ਐਸੇ ਵੀ ਲੋਕ ਆ ਕਿ ਜਿਨ੍ਹਾਂ ਦਾ ਕਦੀ ਕਾਲ ਹੀ ਨਹੀਂ ਆਈ,
कभी चैनल ही नहीं उन्हें चेक किया, पता नहीं किहड़े पंजाबी गाने सुनते ने, कित्थे खोडे च वड़ के बैठे ने, पता ही नहीं उन्होंने। क्योंकि मेरे जी साथियों आह दिन जिहड़े आ सानूं इकट्ठे रहण दी लोड़ आ, एक मत एक चित एक नेचर दे विच बने रहण दी लोड़। क्योंकि शैतान जद भी अटैक करेगा तुहानूं कदों सुट्टेगा, जद तुहाडा ध्यान तुसीं अलग अलग होवोगे। बाइबल दे विच लिखिआ जद शैतान हवा दे कोल गया वा, जे उन्हां दोनों जियां दी एक सलाह हुंदी ते शैतान कदी भी उन्हूं फल नहीं खवा सकदा। मेरे कहण दा मतलब ये आ कि जे अज असीं बाइबल दे वचन सुणांगे, प्रार्थना करांगे, बाइबल नाल बने रवांगे, कोई भी साडे ते अटैक होएगा सानूं उस वेले समझ लगेगी। ਜਿਹੜੇ ਬੰਦੇ ਨੇ ਕਾਲ ਹੀ ਨਹੀਂ ਕੀਤਾ, ਕਦੀ ਚੈਨਲ ਹੀ ਨਹੀਂ ਆਪਣਾ ਚੈੱਕ ਕੀਤਾ, ਪ੍ਰਾਰਥਨਾ ਵੀ ਨਹੀਂ ਕੀਤੀ, ਕਦੀ ਪਾਸਟਰ ਨੂੰ ਪੁੱਛਿਆ ਨਹੀਂ ਕੋਈ ਹੈਗਾ ਕਿ ਨਹੀਂ ਹੈਗਾ। ਮੇਰੇ ਜੀ ਸਾਥੀ ਐਸਾ ਸੁਭਾਅ ਨਹੀਂ ਸਾਡਾ। ਇਹ ਕਿਹੜਾ ਸੁਭਾਅ ਆ? ਇਹ ਦੁਸ਼ਟ ਦਾ ਸੁਭਾਅ ਆ ਕਿ ਜਿਹੜਾ ਤੁਹਾਨੂੰ ਮੇਰੇ ਤੋਂ ਵੱਖਰਾ ਰੱਖੇਗਾ, ਮੇਰੇ ਤੋਂ ਵੱਖਰਾ ਕਰੇਗਾ ਤੇ ਸਫਾਈ ਦੇ ਨਾਲ ਕੰਮ ਕਰੇਗਾ। ਉਹਨੂੰ ਪਤਾ ਵਾ ਕਿ ਜਿਹਦੇ ਨਾਲ ਰਹੇਗਾ ਤਾਂ ਮੈਂ ਫੜੇ ਜਾਣਾ, क्योंकि ऐसे परमेश्वर ने गिफ्ट मैनू दिते आ, ओदी मिनट च पता लग गया किहड़ी प्लैनिंग खेलण वाला। इस करके मेरे जी साथियों मैं अगली साइड ते पढ़ांगा कि सानू एक दूसरे दे नाल एक मन एक चित होण दी लोड़ है। आमीन। अगली साइड जद पढ़दा बाइबल च 5वीं आयत लिखिआ तुहाडा इहो जिहा सुभाਅ होवे जो यीशु मसीह दा भी सी। आमीन। इत्थों लिखिआ कि तुहाडा इहो जिहा सुभाਅ होना चाਹੀਦਾ जिद्दां दा प्रभु यीशु मसीह दा सुभाਅ सी। हुण बहुत सारे लोग कहणगे कि आपां मसीह वर्गे बन नहीं सकदे, आपां मसीह वर्गे हो नहीं सकदे, पर मेरे जी सत्य आपां मसीह वर्गे नहीं बन सकदे। ਜਦੋਂ ਤੁਸੀਂ ਪਤਰਸ ਦੀ ਕਿਤਾਬ ਪੜ੍ਹੋਗੇ ਉੱਥੇ ਲਿਖਿਆ ਕਿ ਜਿਸ ਤਰ੍ਹਾਂ ਪ੍ਰਭੂ ਨੇ ਕਰੂਸ ਤੇ ਚੜ੍ਹੇ, ਦੱਸਿਆ ਕਿ ਪਰਮੇਸ਼ਵਰ ਨੇ ਸਿਖਾਇਆ ਕਿ ਜਿਸ ਤਰ੍ਹਾਂ ਅਸੀਂ ਉਹਦੀਆਂ ਪੈੜਾਂ ਤੇ ਚੱਲੀਏ ਜੋ ਕਰਕੇ ਗਏ। ਤੁਸੀਂ ਪਤਰਸ ਦੀ ਕਿਤਾਬ ਤੋਂ ਮੈਂ ਤੁਹਾਨੂੰ ਇੱਕ ਆਇਤ ਪੜ੍ਹ ਕੇ ਦੇਣਾ, ਉਹ ਜਗ੍ਹਾ ਤੇ ਲਿਖਿਆ ਪਤਰਸ ਦੀ ਕਿਤਾਬ ਜਦੋਂ ਦਾ ਅਸੀਂ ਦੂਸਰਾ ਪਤਰਸ ਫਸਟ ਪਤਰਸ ਪਹਿਲਾ ਪਤਰਸ ਉਹਦਾ 2 ਅਧਿਆਏ ਉਹਦੀ ਕੀ ਆਇਤ ਮੈਂ ਪੜਾਂਗਾ। ਇੱਥੇ ਲਿਖਿਆ ਕਿਉਂ ਜੋ ਤੁਸੀਂ ਇਸ ਕਾਰਨ ਸੱਦੇ ਗਏ ਹੋ, ਇਸ ਲਈ ਜੋ ਮਸੀਹ ਵੀ ਤੁਹਾਡੇ ਨਿਮਿਤ ਦੁੱਖ ਚੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਕਿ ਤੁਸੀਂ ਉਸ ਦੀਆਂ ਪੈੜਾਂ ਉੱਤੇ ਤੁਰੋ। ਆਮੀਨ। ਦੱਸਿਆ ਕਿ ਤੁਸੀਂ ਇਸ ਲਈ ਸੱਦੇ ਗਏ ਜੇ, ਕਿਉਂ ਜੋ ਤੁਸੀਂ ਇਸ ਲਈ ਸੱਦੇ ਗਏ ਜੇ, ਇਸ ਲਈ ਜੋ ਮਸੀਹ ਤੁਹਾਡੇ ਨਿਮਿਤ ਦੁੱਖ ਚੱਲ ਕੇ, ਦੱਸਿਆ ਕਿ ਦੁੱਖ ਝੱਲੇ ਪਰਮੇਸ਼ਵਰ ਨੇ ਤੇ ਸਾਡੇ ਵਾਸਤੇ ਦੱਸਿਆ ਕਿ ਇੱਕ ਨਮੂਨਾ ਛੱਡ ਕੇ ਗਏ ਨੇ। ਸਾਡੇ ਲਈ ਪ੍ਰਭੂ ਨੇ ਨਮੂਨਾ ਦਿੱਤਾ ਵਾ ਕਿ ਅਸੀਂ ਵੀ ਉਹਦੀਆਂ ਪੈੜਾਂ ਉੱਤੇ ਚੱਲੀਏ। ਮੇਰੇ ਜੀ ਸਾਥੀਓ ਜੋ ਬਾਈਬਲ ਦੇ ਵਚਨ ਸਾਨੂੰ ਸਿਖਾਉਂਦੇ ਆ, ਹੁਣ ਇੱਥੇ ਕੀ ਸੁਣਿਆ ਆਪਾਂ, ਇਹ 'ਚ ਲਿਖਿਆ 5 ਆਇਤ ਵਿੱਚ ਕਿ ਤੁਹਾਡਾ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ ਕਿ ਜਿੱਦਾਂ ਦਾ ਪ੍ਰਭੂ ਯਿਸੂ ਦਾ ਸੁਭਾਅ ਸੀ। ਹੁਣ ਜਿਹੜੀ ਇਹਦੀ ਮੈਂ 5ਵੀਂ ਆਇਤ ਪੜ੍ਹਨ ਜਾ ਰਿਹਾ, ਹੁਣ ਵੇਖੋ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਕਾਸ਼ ਦਾ ਮਾਲਕੀ, ਪਰ ਬਾਈਬਲ ਦੇ ਵਿੱਚ ਲਿਖਿਆ ਕਿ ਉਸਨੇ ਪਰਮੇਸ਼ਰ ਦੇ ਰੂਪ ਵਿੱਚ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣ ਦਾ ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਿਆ। ਆਮੀਨ। ਹੁਣ ਇਹ ਜਗ੍ਹਾ ਤੇ ਅਸੀਂ ਕੀ ਪੜਿਆ ਕਿ ਪ੍ਰਭੂ ਪਰਮੇਸ਼ਵਰ ਕਿਉਂ ਜੋ ਉਸਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣ ਦਾ ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਿਆ। ਅੱਜ ਮੇਰੇ ਜੀ ਸਾਥੀਓ ਕਿੰਨੇ ਲੋਕ ਆ ਆਪਣੇ ਦਾਸਾਂ ਦੀ ਸੇਵਕਾਈ ਤੇ ਕਬਜ਼ਾ ਕਰਦੇ ਆ, ਆਪਣੇ ਦਾਸਾਂ ਤੇ ਕਬਜ਼ਾ ਕਰਦੇ। 6 ਆਇਤ ਨੂੰ ਤੁਸੀਂ ਧਿਆਨ ਦੇ ਕੇ ਪੜਿਓ, ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਪੜਿਓ। ਜਿੰਨੇ ਮੇਰੇ ਜੀ ਸਾਥੀ ਵਿੱਚ ਧਿਆਨ ਨਾਲ ਪੜਨਾ, ਇਹਦੀ 2 ਦੀ 6। ਅੱਜ ਕਿੰਨੇ ਲੋਕ ਆ ਆਪਣੇ ਸੇਵਕ ਦੇ ਨਾਲ ਥੋੜਾ ਜਿਹਾ ਰਹਿ ਕੇ ਬਾਅਦ ਚ ਉਹਨੂੰ ਕਹਿਣ ਡਿਆ ਪੈਂਦੇ, ਉਹਨੂੰ ਨਾ ਬੁਲਾਓ ਸਾਨੂੰ ਬੁਲਾਓ। ਇਹ ਰੀਅਲ ਸੱਚ ਆ, ਕਿਉਂਕਿ ਪ੍ਰਭੂ ਯਿਸੂ ਨੇ ਬਾਈਬਲ 'ਚ ਲਿਖਿਆ ਪਰਮੇਸ਼ਰ ਦੇ ਸਰੂਪ ਵਿੱਚ ਜੰਮਿਆ, ਪਰ ਉਹਨੇ ਪਰਮੇਸ਼ਰ ਦੇ ਉੱਪਰ ਕਬਜ਼ਾ ਨਹੀਂ ਕੀਤਾ, ਉਹਦੇ ਨਾਮ ਤੇ ਕਬਜ਼ਾ ਨਹੀਂ ਕੀਤਾ।
ਜਦੋਂ ਤੁਸੀਂ ਪਵਿੱਤਰ ਬਾਈਬਲ ਧਿਆਨ ਦੇ ਕੇ ਝੁਨਾ ਦੀ ਇੰਜੀਲ ਪੜੋਗੇ, ਉੱਥੇ ਲਿਖਿਆ ਕਿ ਹਰ ਜਗ੍ਹਾ ਤੇ ਪ੍ਰਭੂ ਨੇ ਕੀ ਬੋਲਿਆ ਕਿ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਅੱਜ ਐਸਾ ਕੁਝ ਨਹੀਂ। ਹੁਣ ਵੇਖੋ ਇਹ ਜਗ੍ਹਾ ਤੇ ਤੁਸੀਂ ਪੜਿਆ ਕਿ ਉਸ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁੱਲ ਹੋਣ ਦਾ ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਿਆ। ਪਰਮੇਸ਼ਵਰ ਦੇ ਤੁੱਲ, ਉਹਨੇ ਆਪਣੇ ਆਪ ਨੂੰ ਪ੍ਰਭੂ ਦੇ ਤੁੱਲ ਵੀ ਨਹੀਂ ਸਮਝਿਆ। ਰੱਖਣ ਦੀ ਚੀਜ਼ ਨਹੀਂ ਜਾਣਿਆ ਕਿ ਉੱਤੇ ਕਬਜ਼ਾ ਕਰ ਲੇ, ਕਿ ਲੋਕ ਪਿਤਾ ਨੂੰ ਨਾ ਮੰਨਣ, ਸਿੱਧੇ ਪੁੱਤਰ ਨੂੰ ਮੰਨਣ ਨਾ। ਅੱਜ ਦੇ ਜਿਹੜੇ ਨੌਜਵਾਨ ਕੀ ਕਰ ਰਹੇ ਨੇ, ਜੇ 2-4 ਮਹੀਨੇ ਕੇ ਪਾਸਟਰ ਨਾਲ ਲਾਉਂਦੇ ਤਾਂ ਉਸ ਵੇਲੇ ਵਿਰੋਧੀ ਕਲੀਸਿਆ ਦੇ ਵਿੱਚ ਜਾ ਕੇ ਗਲਤ ਕੰਮ ਕਰਦੇ। ਅੱਜ ਬਹੁਤ ਸਾਰਿਆਂ ਸੁਣ ਕੇ ਗੁੱਸਾ ਲੱਗੇਗਾ ਕਿ ਸਾਨੂੰ ਕਹਿ ਰਿਹਾ। ਮੇਰੇ ਜੀ ਸਾਥੀਓ, ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਜੋ ਬਾਈਬਲ ਮੈਨੂੰ ਦੱਸ ਰਹੀ ਮੈਂ ਤੁਹਾਡੇ ਨਾਲ ਉਹੀ ਗੱਲ ਕਰ ਰਿਹਾ ਕਿ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਵੀ ਕਬਜ਼ਾ ਕਰ ਸਕਦੇ ਹੀ ਆਪਣੇ ਪਿਤਾ ਦੇ ਸਰੂਪ ਤੇ ਉਹਨਾਂ ਦਾ ਹੀ। ਠੀਕ ਹੈ ਨਾ। ਉਹ ਤੋਂ ਗਾੜੀ ਲਿਖਿਆ ਪਰਮੇਸ਼ਵਰ ਦੇ ਤੁੱਲ ਹੋਣ ਦਾ ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਿਆ। ਕੋ ਪਰਮੇਸ਼ਵਰ ਦੀ ਕਬਜ਼ਾ ਰੱਖਣ ਦੀ ਚੀਜ਼, ਉਹਨੇ ਆਪਣੇ ਆਪ ਨੂੰ ਪ੍ਰਭੂ ਦੇ ਤੁੱਲ ਨਹੀਂ ਜਾਣਿਆ ਤੇ ਨਾ ਹੀ ਦੱਸਿਆ ਕਿ ਉਹ ਨਾਮ ਤੇ ਕਬਜ਼ਾ ਕੀਤਾ। ਤੁਸੀਂ ਆਪ ਸਮਝ ਸਕਦੇ, ਤੁਸੀਂ ਸਿਆਣੇ ਨੇ ਕਿ ਜੋ ਗੁਰੂ ਆ ਜੇ ਆਪਾਂ ਆਪਣੇ ਗੁਰੂ ਦੇ ਕਲੀਸਿਆ ਨੂੰ ਖਰਾਬ ਕਰਾਂਗੇ, ਲੋਕਾਂ ਨੂੰ ਭਰਮਾਵਾਂਗੇ ਕਿ ਤੁਸੀਂ ਮੇਰੇ ਕੋਲ ਆ ਜਾਓ, ਤੇ ਮੈਂ ਕਹਿ ਕੇ ਉਹਦਾ ਅੰਦਰ ਪਰਮੇਸ਼ਰ ਦਾ ਸੁਭਾਅ ਨਹੀਂ ਆ। ਕਿਉਂਕਿ ਇੱਥੇ ਵੀ ਕੁਛ ਆਇਤ ਨੇ ਕੀ ਆਖਿਆ, ਮੈਂ ਇੱਕ ਵਾਰ ਫੇਰ ਪੜਾਂਗਾ ਕਿ ਉਸ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁੱਲ ਹੋਣ ਦਾ ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਿਆ। ਦੱਸਾਂ ਕਿ ਪਰਮੇਸ਼ਵਰ ਦੇ ਤੁੱਲ ਹੋਣ, ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਾ ਕਿ ਮੈਂ ਪਰਮੇਸ਼ਵਰ ਦੇ ਤੁੱਲ ਆ ਤੇ ਮੈਂ ਕਬਜ਼ਾ ਕਰ ਜਾ ਪ੍ਰਭੂ ਦੇ ਨਾਮ ਤੇ। ਨਹੀਂ। ਹੁਣ ਸ਼ੈਤਾਨ ਕੀ ਕਰਨਾ ਚਾਹੁੰਦਾ ਸੀ? ਸ਼ੈਤਾਨ ਜਦੋਂ ਕਬਜ਼ਾ ਕਰਨਾ ਚਾਹੁੰਦਾ ਸੀ, ਸ਼ੈਤਾਨ ਨੇ ਜਦੋਂ ਕਬਜ਼ਾ ਕਰਨਾ ਚਾਹਿਆ, ਜਦੋਂ ਤੁਸੀਂ ਯਸ਼ਾਇਆ 14 ਅਧਿਆਇ ਪੜੋਗੇ, ਬਾਈਬਲ 'ਚ ਲਿਖਿਆ ਸ਼ੈਤਾਨ ਨੇ ਕੀ ਆਖਿਆ ਕਿ ਮੈਂ ਤੇਰੇ ਸਿੰਘਾਸਨ ਤੋਂ ਉੱਪਰ ਸਿੰਘਾਸਨ ਬਣਾਵਾਂਗਾ, ਤਾਰਿਆਂ ਦੇ ਉੱਪਰ। ਬਾਈਬਲ 'ਚ ਲਿਖਿਆ ਉਸੇ ਵਕਤ ਸਵਰਗੀ ਜੰਗ ਹੋਈ ਤੇ ਸ਼ੈਤਾਨ ਨੂੰ ਨੀਚੇ ਸੁੱਟਿਆ ਗਿਆ। ਮੇਰੇ ਜੀ ਸਾਥੀਓ, ਅਸੀਂ ਕਦੀ ਵੀ ਆਪਣੇ ਦਾਸ ਦੇ ਨਾਮ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੀਏ ਜੇ ਮਸੀਹ ਦਾ ਸੁਭਾਅ ਸਾਡੇ ਅੰਦਰ ਆ। ਕਿਉਂਕਿ ਰੀਅਲ ਸੱਚ ਆ ਜੋ ਤੁਸੀਂ ਸੁਣ ਰਹੇ ਨੇ। ਜੇ ਤੁਸੀਂ ਸੇਵਕਾਈ ਲਈ ਖੜੇ ਕੀਤੇ ਗਏ ਜੇ, ਪ੍ਰਭੂ ਤੁਹਾਨੂੰ ਬਲੈਸਡ ਕਰੇਗਾ। ਝੂਠ ਬੋਲ ਕੇ ਸੇਵਕਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਤੁਹਾਡੇ ਤਰੀਕੇ ਦੀ ਸੇਵਕਾਈ ਹੈ। ਝੂਠ ਕਿੰਨਾ ਚਿਰ ਚੱਲੇਗਾ? ਥੋੜਾ ਚਿਰ। ਉਸ ਤੋਂ ਬਾਅਦ ਪ੍ਰਭੂ ਪਰਦਾ ਫਾਸ਼ ਕਰੇਗਾ ਉਹਨਾਂ ਚੀਜ਼ਾਂ ਦਾ। ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਨਾ ਮੈਂ ਕਿਸੇ ਨੂੰ ਸੁਣਾ ਰਿਹਾ। ਅੱਜ ਜਿਹੜੇ ਵੀ ਸੇਵਕਾਂ ਨੇ ਇਸ ਤਰੀਕੇ ਨਾਲ ਕਬਜ਼ੇ ਕੀਤੇ ਆਪਣੇ ਗੁਰੂਆਂ ਦੇ, ਤੇ ਮੈਂ ਕਹਿੰਦਾ ਉਹਨਾਂ ਨੂੰ ਇਹ ਬਾਈਬਲ ਪੜ੍ਹਨ ਦੀ ਲੋੜ ਹੈ, ਉਹਨਾਂ ਨੂੰ ਸੋਚਣ ਦੀ ਲੋੜ ਆ ਕਿ ਜਿਹੜਾ ਬਾਈਬਲ ਦਾ ਵਚਨ ਹੈ ਇਹ ਕਿਹਦੇ ਲਈ, ਮੇਰੇ ਲਈ। ਅੱਜ ਦਾ ਵਚਨ ਹੀ ਸਾਨੂੰ ਬਲੈਸਡ ਕਰਦਾ ਕਿ ਪ੍ਰਭੂ ਨੇ ਉਸ ਤੋਂ ਗਾੜੀ ਲਈ ਆਇਤ ਕੀ ਲਿਖਿਆ ਦੱਸਿਆ। ਅਗਲੀ ਆਇਤ ਕੀ ਲਿਖੀ 7 ਹੈ, ਸਗੋਂ ਉਸ ਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਤੇ ਮਨੁੱਖ ਦੀ ਸੂਰਤ ਵਿੱਚ ਜੰਮਿਆ। ਬਾਈਬਲ ਦੇ ਵਿੱਚ ਲਿਖਿਆ ਉਹਨੇ ਆਪਣੇ ਆਪ ਨੂੰ ਸਖਣਾ ਕੀਤਾ। ਸਖਣੇ ਦਾ ਮਤਲਬ ਕੀ? ਜਿਹਦੇ ਕੋਲ ਕੁਛ ਨਹੀਂ ਹੁੰਦਾ। ਦਾਸ ਕਹਿੰਦੇ ਨੌਕਰ ਨੂੰ। ਉਹਨੇ ਆਪਣੇ ਆਪ ਨੂੰ ਨੌਕਰ ਦਾ ਰੂਪ ਧਾਰ ਕੇ ਤੇ ਮਨੁੱਖ ਦੀ ਸੂਰਤ ਵਿੱਚ ਜੰਮਿਆ। ਦੇਖੋ ਮੇਰੇ ਜੀ ਸਾਥੀਓ, ਧਰਤੀ ਆਕਾਸ਼ ਦਾ ਮਾਲਕੀ, ਪਰ ਬਾਈਬਲ 'ਚ ਲਿਖਿਆ ਉਹਨੇ ਆਪਣੇ ਆਪ ਨੂੰ ਸਖਣਾ ਕੀਤਾ ਵਾ। ਨਹੀਂ ਤਾਂ ਪ੍ਰਭੂ ਦੇ ਨਾਂ ਤੇ ਕਬਜ਼ਾ ਵੀ ਕਰ ਸਕਦਾ ਹੈ। ਅੱਜ ਕਿਹੜੇ ਲੋਕ ਕਹਿੰਦੇ ਇਹ ਹੁਣ ਬੁੱਢਾ ਹੋ ਗਿਆ, ਇਹਦੇ ਕੋਲ ਕੁਛ ਵੀ ਨਹੀਂ, ਇਹਦੇ ਕੋਲ ਕੁਛ ਨਹੀਂ, ਮੇਰੇ ਕੋਲ ਆ ਜਾਓ। ਇਹ ਤੁਹਾਡੀ ਆਪਣੀ ਪਲੈਨਿੰਗ ਹੈ। ਜਿਹੜਾ ਬੰਦਾ ਦੂਸਰੇ ਦੀ ਰੂਹਾਂ ਤੇ ਕਬਜ਼ਾ ਕਰਦਾ, ਚਰਚ ਤੇ ਕਬਜ਼ਾ ਕਰਦਾ, ਗਲਤ ਕਰਦਾ, ਉਹਨੂੰ ਇਹ ਬਾਈਬਲ ਪੜ੍ਹਨ ਦੀ ਲੋੜ ਹੈ। ਸਮਝ ਲਓ ਉਹਦੇ ਅੰਦਰ ਮਸੀਹ ਦਾ ਸੁਭਾਅ ਨਹੀਂ ਆ। ਗੁੱਸਾ ਨਹੀਂ ਕਰਨਾ, ਰੀਅਲ ਸੱਚ ਆ। ਮੈਂ ਕਿਸੇ ਦੇ ਵਚਨ ਨਹੀਂ ਲਾਉਣ ਡਿਆ ਜਾਂ ਮੈਂ ਕਿਹਨੂੰ ਸੁਣਾ। ਜੋ ਸੱਚ ਜਿਹਨੇ ਲੋਕ ਸੁਣਨਗੇ ਉਹਨਾਂ ਨੂੰ ਸਮਝ ਲੱਗੇਗੀ, ਮੈਨੂੰ ਕਿਸੇ ਨੂੰ ਸੁਣਾਉਣ ਦੀ ਲੋੜ ਨਹੀਂ। ਬਹੁਤ ਸਾਰੇ ਲੋਕ ਚੈਨਲ ਦੇਖਦੇ ਆ, ਮੈਂ ਨਾ ਕਿਸੇ ਦਾ ਨਾਂ ਲਵਾਂਗਾ। ਜਿਹਨੇ ਉਹ ਕੀਤਾ ਹੋਏਗਾ ਉਹਨੂੰ ਪਰਮੇਸ਼ਵਰ ਜਾਣਦਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਸ਼ਾਉਲ ਬਾਰ-ਬਾਰ ਦਾਊਦ ਨੂੰ ਮਾਰਨਾ ਚਾਹੁੰਦਾ ਸੀ। ਬਾਈਬਲ ਦੇ ਵਿੱਚ ਲਿਖਿਆ ਉਹਨੇ ਬਾਰ-ਬਾਰ ਉਹਨੂੰ ਮਾਫ ਕੀਤਾ। ਉਹਨੇ ਕਿਹਾ ਤੂੰ ਪ੍ਰਭੂ ਦਾ ਅਭਿਸ਼ੇਕ ਆ, ਤੂੰ ਤੇਲ ਦਾ ਅਭਿਸ਼ੇਕ ਹੋਇਆ ਤੇਰਾ, ਮੈਂ ਤੈਨੂੰ ਹੱਥ ਨਹੀਂ ਲਾ ਸਕਦਾ, ਤੈਨੂੰ ਮੈਂ ਮਾਰ ਨਹੀਂ ਸਕਦਾ, ਤੂੰ ਖੁਦਾ ਦਾ ਮੱਸਾ ਕੀਤਾ ਆ। ਇਸ ਕਰਕੇ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ, ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਜੇ ਅੱਜ ਸਾਡੇ ਜੀਵਨ 'ਚ ਇਹ ਚੀਜ਼ਾਂ ਹੈਗੀਆਂ ਫਿਰ ਸਾਨੂੰ ਇਹਨਾਂ ਚੀਜ਼ਾਂ ਨੂੰ ਕੱਢਣ ਦੀ ਲੋੜ ਹੈ। ਕਿਉਂਕਿ ਅੱਜ ਧਰਤੀ ਤੇ ਤੁਸੀਂ ਸਭ ਕੁਝ ਕਰੀ ਜਾਓਗੇ, ਤੇ ਬਾਈਬਲ ਦੇ ਵਿੱਚ ਲਿਖਿਆ ਜੋ ਇਨਸਾਨ ਬੀਜਦਾ ਇੱਕ ਦਿਨ ਉਹਨੂੰ ਵੱਢਣਾ ਪੈਂਦਾ। ਜੋ ਤੁਸੀਂ ਬੋਇਆ ਵਾ ਇੱਕ ਦਿਨ ਉਹੀ ਤੁਸੀਂ ਕੱਟਣਾ ਵਾ। ਜੇ ਤੁਸੀਂ ਬੋਇਆ ਗਲਤ ਆ ਤੇ ਕੱਟੋਗੇ ਵੀ ਗਲਤ, ਕਿਉਂਕਿ ਬਾਈਬਲ
ਪ੍ਰਭੂ ਦਾ ਵਚਨ ਕਿਸੇ ਦਾ ਪੱਖਪਾਤ ਨਹੀਂ ਕਰਦਾ, ਨਾ ਉਹ ਕਿਸੇ ਦੇ ਪੱਖਪਾਤ ਦੇ ਵਿੱਚ। ਹੁਣ ਇਹ ਜਗ੍ਹਾ ਤੇ ਜਦ ਹੀ ਪਰਮੇਸ਼ਵਰ ਦਾ ਕਰੈਕਟਰ ਦੇਖਿਆ, ਪ੍ਰਭੂ ਦਾ ਕਰੈਕਟਰ ਕੀ ਸੀ, ਦੱਸਿਆ ਕਿ ਉਹ ਦਾਸ ਦੇ ਰੂਪ ਵਿੱਚ ਪਹਿਲੇ ਨੰਬਰ ਤੇ ਕਿ ਉਹ ਸਖਣਾ, ਉਹਦੇ ਕੋਲ ਕੁਛ ਨਹੀਂ ਹੈ, ਧਰਤੀ ਕਾਜ ਦਾ ਮਾਲਕ ਆ, ਉਹਨੇ ਆਪਣੇ ਆਪ ਨੂੰ ਸਖਣਾ ਕੀਤਾ। ਦੱਸਿਆ ਕਿ ਮਨੁੱਖ ਦੇ ਅਤੇ ਦਾਸ ਦਾ ਰੂਪ ਧਾਰਿਆ। ਦਾਸ ਕਹਿੰਦੇ ਨੌਕਰ ਨੂੰ, ਪ੍ਰਭੂ ਨੇ ਨੌਕਰ ਦਾ ਰੂਪ ਧਾਰਿਆ ਵਾ। ਅੱਜ ਅਸੀਂ ਬਣਦੇ ਨੌਕਰ, ਕਰਦੇ ਸਖਣਾ ਆਪਣੇ ਆਪ। ਅਸੀਂ ਆਪਣੇ ਆਗੂਆਂ ਦੀ ਖਿਲਾਫਤ ਕਰਦੇ ਹਾਂ, ਉਹਨਾਂ ਦੀ ਖਿੱਲੀ ਡਾਉਂਦੇ ਆ, ਉਹਨਾਂ ਨੂੰ ਮਜ਼ਾਕ ਕਰਦੇ ਆ, ਟਿਚਰਾਂ ਕਰਦੇ ਆ। ਮੇਰੇ ਜੀ ਸਾਥੀਓ, ਸਾਡਾ ਸੁਭਾਅ ਨਹੀਂ। ਅੱਜ ਤੁਹਾਨੂੰ ਮਸੀਹ ਦਾ ਸੁਭਾਅ ਦਾ ਪਤਾ ਲੱਗਦਾ ਕਿ ਪ੍ਰਭੂ ਦਾ ਸੁਭਾਅ ਕੀ। ਮੈਂ ਵੀ ਆਪਣੇ ਆਪ ਨੂੰ ਚੇਂਜ ਕਰ ਰਿਹਾ ਬਾਈਬਲ ਦੁਆਰਾ, ਤੇ ਜਿਹੜੇ ਲੋਕ ਉਹਨਾਂ ਨੂੰ ਵੀ ਚੇਂਜ ਕਰ ਰਹੇ। ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਜਿਹਦੇ ਅੰਦਰ ਵੀ ਇਹ ਚੀਜ਼ਾਂ ਚੱਲ ਰਹੀਆਂ, ਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਉਸ ਤੋਂ ਅੱਗੇ ਲਿਖਿਆ, ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਮੌਤ ਸਗੋਂ ਸਲੀਬ ਤਾਈਂ ਆਗਿਆਕਾਰ ਬਣਿਆ। ਆਮੀਨ। ਇੱਥੇ ਵੇਖੋ ਮੇਰੇ ਜੀ ਸਾਥੀਓ ਕੀ ਲਿਖਿਆ ਕਿ ਮਨੁੱਖ ਦੀ ਸ਼ਕਲ ਦੇ ਵਿੱਚ ਪ੍ਰਗਟ ਹੋਇਆ ਤੇ ਆਪਣੇ ਆਪ ਨੂੰ ਨੀਵਾਂ ਕੀਤਾ ਪਰਮੇਸ਼ਵਰ ਨੇ। ਤੇ ਲਿਖਿਆ ਕਿ ਮੌਤ ਤਾਈਂ, ਸਲੀਬ ਤਾਈਂ ਆਗਿਆਕਾਰ ਬਣਿਆ। ਮੈਂ ਤੁਹਾਨੂੰ ਪਹਿਲੇ ਕਿਹਾ ਕਿ ਸਲੀਬ 'ਚ ਕਿੰਨੇ ਪ੍ਰਭੂ ਨੂੰ ਟੱਟੇ ਕੀਤੇ, ਚਪੇੜਾ ਮਾਰਦੇ, ਯਹੂਦੀਆਂ ਦਾ ਪਾਤਸ਼ਾਹ ਬੋਲਦੇ, ਪਰ ਪ੍ਰਭੂ ਨੇ ਕੋਈ ਕੀ ਬੋਲਿਆ, ਪਿਤਾ ਇਹਨਾਂ ਨੂੰ ਮਾਫ ਕਰੇ, ਨਹੀਂ ਜਾਣਦੇ। ਅੱਜ ਕਿੰਨੇ ਲੋਕ ਹੈ ਜਿਹੜੇ ਪ੍ਰਭੂ ਦੇ ਅਭਿਸ਼ੇਕ ਦਾਸਾਂ ਦੇ ਵਿਰੁੱਧ ਬੋਲਦੇ ਆ। ਖੁਦਾ ਮਾਫ ਕਰੇਗਾ ਉਹਨਾਂ ਨੂੰ? ਕਦੀ ਨਹੀਂ। ਮੇਰੇ ਜੀ ਸਾਥੀਓ, ਬਾਈਬਲ 'ਚ ਲਿਖਿਆ, ਤੈਨੂੰ ਹੱਕ ਕਿਹਨੇ ਦਿੱਤਾ ਮੇਰੇ ਦਾਸਾਂ ਦੇ ਵਿਰੁੱਧ ਬੋਲੇ? ਮੇਰੇ ਵਚਨ ਪਾਉਣ ਦਾ ਮੇਰਾ ਮਤਲਬ ਕੀ ਹੈ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦਾ ਜਿਹੜੇ ਗਲਤ ਬੋਲਦੇ ਆ। ਅੱਜ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਆਪਣੇ ਸੁਭਾਅ ਨੂੰ ਚੇਂਜ ਕਰੋ। ਜੇ ਤੁਸੀਂ ਮਸੀਹ ਜੇ ਤਾਂ ਤੁਹਾਨੂੰ ਸੁਭਾਅ ਬਦਲਣ ਦੀ ਲੋੜ ਹੈ। ਆਪਣੇ ਸੁਭਾਅ 'ਚ ਨਵੇਂ ਬਣੋ, ਪਵਿੱਤਰ ਬਾਈਬਲ ਪੜ੍ਹੋ, ਫੋਕੀਆਂ ਫੜਾਬਾਜ਼ੀਆਂ ਤੋਂ ਬਚੋ ਜਿਹੜੀਆਂ ਚੱਲ ਰਹੀਆਂ ਹਵਾਬਾਜ਼ੀਆਂ ਤੇ। ਪ੍ਰਭੂ ਹਵਾਬਾਜ਼ੀ ਨਾਲ ਪਿਆਰ ਨਹੀਂ ਕਰਦਾ। ਪਰਮੇਸ਼ਵਰ ਬਾਈਬਲ ਦੇ ਦੁਆਰਾ, ਜੇ ਤੁਹਾਡੇ ਕੋਲ ਆਤਮਾ ਦੀ ਗਵਾਹੀ ਆ, ਪਵਿੱਤਰ ਆਤਮਾ ਤੁਹਾਡੇ ਕੋਲ ਆ, ਤਾਂ ਤੁਹਾਨੂੰ ਖੁਦਾ ਦੇ ਬਾਰੇ ਦੱਸੇਗਾ। ਸਾਨੂੰ ਕਿਸੇ ਦੇ ਖਿਲਾਫ ਬੋਲਣ ਦੀ ਲੋੜ ਨਹੀਂ। ਕੋਈ ਜੋ ਕਰ ਰਿਹਾ, ਜੋ ਬੀਜ ਰਿਹਾ, ਇੱਕ ਦਿਨ ਉਹਨੇ ਉਹ ਵੱਢਣਾ। ਮੈਂ ਦੱਸ ਦੇਣਾ ਚਾਹੁੰਦਾ, ਚਾਹੇ ਤੁਸੀਂ ਵਲੰਟੀਅਰ ਜੇ, ਚਾਹੇ ਤੁਸੀਂ ਕਵੈਰ ਜੇ, ਚਾਹੇ ਤੁਸੀਂ ਕਲੀਸਿਆ ਜੇ, ਚਾਹੇ ਤੁਸੀਂ ਕੋਈ ਵੀ ਜੇ, ਤੁਹਾਨੂੰ ਫਿਲਿੱਪੀਆਂ 2 ਅਧਿਆਏ ਵਿੱਚ ਆਪਣੇ ਸੁਭਾਅ ਨੂੰ ਬਦਲਣ ਦੀ ਲੋੜ ਹੈ। ਇਹਨੂੰ ਪੜ੍ਹੋ 10 ਤੱਕ। ਹੁਣ ਇਹ ਜਗ੍ਹਾ ਤੇ ਪਰਮੇਸ਼ਵਰ ਦਾ ਵਚਨ ਨੇ ਸਾਨੂੰ ਕੀ ਸਿਖਾਇਆ? ਪਹਿਲੇ ਨੰਬਰ ਤੇ ਦੱਸਿਆ ਕਿ ਮਨੁੱਖ ਦੀ ਸ਼ਕਲ 'ਚ ਪ੍ਰਗਟ ਹੋਇਆ ਪਰਮੇਸ਼ਵਰ। ਦੂਸਰਾ, ਉਹਨੇ ਆਪਣੇ ਆਪ ਨੂੰ ਨੀਵਾਂ ਕੀਤਾ। ਤੀਸਰਾ, ਮੌਤ ਤਾਈਂ ਵਫਾਦਾਰ ਰਿਹਾ ਤੇ ਆਗਿਆਕਾਰ ਬਣਿਆ। ਮਰਨ ਤੱਕ ਪ੍ਰਭੂ ਦੀ ਆਗਿਆਕਾਰੀ ਕੀਤੀ। ਅੱਜ ਸਾਡੀ ਆਗਿਆਕਾਰੀ ਕਿੱਥੇ ਹੈ? ਸਾਡੀ ਆਗਿਆਕਾਰੀ ਸਿਰਫ ਕੰਮ ਤੱਕ ਆ। ਕੰਮ ਹੋ ਗਿਆ, ਬਾਅਦ 'ਚ ਕੋਈ ਆਗਿਆਕਾਰੀ ਨਹੀਂ। ਇਸੇ ਕਰਕੇ ਬਾਈਬਲ 'ਚ ਲਿਖਿਆ, ਸੱਦੇ ਹੋਏ ਬੜੇ ਪਰ ਚੁਣੇ ਹੋਏ ਥੋੜੇ ਆ। ਮੇਰੇ ਜੀ ਸਾਥੀਓ, ਜੀਵਤ ਵਚਨ ਆ। ਜਦ ਤੁਸੀਂ ਬਾਈਬਲ ਦੇ ਮੁਤਾਬਕ ਪੜ੍ਹੋ ਬਾਈਬਲ ਨੂੰ, ਤੁਹਾਨੂੰ ਸਮਝ ਲੱਗੇਗੀ ਲੋਕ ਕਿੱਥੇ ਚੱਲ ਰਹੇ ਆ। ਸੰਸਾਰ ਨੂੰ ਵੇਖਣਾ ਚਾਹੁੰਦੇ, ਪਵਿੱਤਰ ਬਾਈਬਲ ਪੜ੍ਹੋ। ਲੋਕਾਂ ਨਾਲ ਵੇਖੋ ਲੋਕ ਕੀ ਕਰਦੇ ਆ। ਲੋਕ ਗਲਤ ਕਰਨਗੇ, ਤੁਸੀਂ ਗਲਤੀ ਨਹੀਂ ਕਰੋਗੇ। ਬਾਈਬਲ ਪੜ੍ਹੋ, ਕਿਉਂਕਿ ਜਿਹੜਾ ਬੰਦਾ ਆਤਮਾ ਦੀ ਗਵਾਹੀ ਨਾਲ ਚੱਲਦਾ ਹਮੇਸ਼ਾ ਬਲੈਸਡ ਹੁੰਦਾ ਔਰ ਖੁਦਾ ਨੂੰ ਬਲੈਸ ਕਰਦਾ। ਬਾਈਬਲ ਦੇ ਵਿੱਚ ਲਿਖਿਆ, ਸੰਸਾਰ ਨਾਲ ਮੋਹ ਨਾ ਰੱਖ, ਨਾ ਉਹਨਾਂ ਵਸਤਾਂ ਨਾਲ ਜਿਹੜੀਆਂ ਸੰਸਾਰ ਦੇ ਵਿੱਚ ਹੈ। ਆਮੀਨ। ਹੁਣ ਇਹ ਜਦੋਂ ਮੈਂ 10 ਐਤ ਪੜ੍ਹਦਾ, ਵੇਖੋ 10 ਐਤ ਵਿੱਚ ਕਲੀਅਰ ਹੋ ਗਿਆ। ਇੱਥੇ ਲਿਖਿਆ ਕਿ ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਲੇ ਅਤੇ ਧਰਤੀ ਉਤਲੇ ਅਤੇ ਧਰਤੀ ਦੇ ਹੇਠਾਂ ਹਰ ਗੋਡਾ ਨਿਵਾਇਆ ਜਾਵੇਗਾ ਅਤੇ ਹਰ ਜੀਵ ਪਰਮੇਸ਼ਰ ਪਿਤਾ ਦੀ ਵਡਿਆਈ ਲਈ ਮੰਨ ਲਵੇਗੀ ਕਿ ਯਿਸੂ ਹੀ ਪ੍ਰਭੂ ਹੈ। ਆਮੀਨ। ਇਹ ਮੇਰੇ ਜੀ ਸਾਥੀਓ ਕਿੱਦਾਂ ਆ? ਇਹ ਕਿਸ ਤਰ੍ਹਾਂ ਆ? ਕਿਉਂਕਿ ਪਰਮੇਸ਼ਵਰ ਨੇ ਆਪਣੇ ਆਪ ਨੂੰ ਨਮਰ ਕੀਤਾ ਔਰ ਨੀਵਾਂ ਕੀਤਾ। ਅੱਜ ਆਪਾਂ ਨੂੰ ਇਸ ਬਾਈਬਲ ਦੇ ਦੁਆਰਾ ਨੀਵੇਂ ਕਰਨਾ ਪੈਣਾ। ਮੌਤ ਤੱਕ ਪ੍ਰਭੂ ਆਗਿਆਕਾਰ ਆ। ਸਾਨੂੰ ਆਪਣੇ ਆਗੂਆਂ ਦੀ ਆਗਿਆਕਾਰੀ ਕਰਨੀ ਪੈਣੀ ਹੈ। ਤੁਸੀਂ ਆਗੂ ਬਦਲੀ ਜਾਓਗੇ, ਕਦੀ ਕਿਸੇ ਕੋ ਜਾਓਗੇ, ਕਦੀ ਕਿਸੇ ਕੋ ਜਾਓਗੇ। ਦੇਖੋ ਮੇਰੇ ਜੀ ਸਾਥੀਓ, ਜਿਹੜੇ ਖੁਦਾ ਦੇ ਵਚਨ ਨੂੰ ਪੜ੍ਹਦੇ ਆ, ਉਹਨਾਂ ਨੂੰ ਪਤਾ ਵਾ, ਜਿਹੜੇ ਸਿਆਣੇ ਬੰਦੇ ਹੁੰਦੇ ਨਾ, ਮੇਰੀ
सुनो जिन्ने लोग सुनते ਜਿਹੜੇ ਪ੍ਰੋਫੈਸ਼ਨਲ ਬੰਦੇ ਹੁੰਦੇ ਉਹਨਾਂ ਦਾ ਇੱਕੋ ਡਾਕਟਰ ਹੁੰਦਾ ਵਾ, ਇੱਕੋ ਹੇਅਰ ਕਟਿੰਗ ਵਾਲਾ ਹੁੰਦਾ ਵਾ ਤੇ ਇੱਕੋ ਹੀ ਉਹਨਾਂ ਦਾ ਟੇਲਰ ਹੁੰਦਾ ਵਾ। ਜਦੋਂ ਵਨ ਸਵੰਨੇ ਥਾਂ ਤੇ ਤੁਸੀਂ ਜਾਓਗੇ ਤੁਹਾਡੀ ਸਾਰੀ ਪਰਸਨੈਲਿਟੀ ਖਰਾਬ ਹੋਏਗੀ। ਇਬਰਾਨੀਆਂ ਦੀ ਕਿਤਾਬ ਦੇ ਵਿੱਚ ਜਦ ਤੁਸੀਂ 13 ਦੀ 9 ਆਇਤ ਪੜ੍ਹੋਗੇ, ਉੱਥੇ ਲਿਖਿਆ ਰੰਗ ਬਰੰਗੀਆਂ ਤੇ ਉਪਰੀਆਂ ਸਿੱਖਿਆਵਾਂ ਤੋਂ ਬਚੋ। ਅੱਜ ਕਿੰਨੀਆਂ ਤੁਸੀਂ YouTube ਤੇ ਅਲੱਗ-ਅਲੱਗ ਸਿੱਖਿਆਵਾਂ ਸੁਣਦੇ ਜੇ, ਦਿਮਾਗ ਖਰਾਬ ਹੋ ਜਾਂਦਾ ਸੁਣ ਕੇ। ਕੀ ਕਰਨ ਦੇ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਮੈਂ ਕਿਹਾ ਉਹਨਾਂ ਨੂੰ ਸੁਣਨ ਦੀ ਲੋੜ ਨਹੀਂ ਹੈ, ਤੁਸੀਂ ਸਿੱਧਾ ਬਾਈਬਲ ਆਪ ਪੜ੍ਹੋ। ਜ਼ਿਆਦਾ ਪਰੇਸ਼ਾਨ ਰਹੋਗੇ ਜੇ ਜ਼ਿਆਦਾ ਸੁਣੋਗੇ ਕਿ ਕੋਈ ਕੁਝ ਦੱਸ ਰਿਹਾ, ਕੋਈ ਕੁਝ ਦੱਸ ਰਿਹਾ। ਰੀਅਲ ਮੈਨ ਆਫ ਗੋਡ ਜੀ ਪਵਿੱਤਰ ਬਾਈਬਲ ਨੂੰ ਆਪ ਪੜ੍ਹੋ, ਜੋ ਉਹਦੇ ਵਿੱਚ ਲਿਖਿਆ ਉਸ ਮੁਤਾਬਕ ਚਲੋ। ਔਰ ਅੱਜ ਦਾ ਵਚਨ ਜਿਨ੍ਹਾਂ ਲੋਕਾਂ ਨੇ ਸੁਣਿਆ, ਮੈਂ ਉਹਨਾਂ ਦੇ ਜੀਵਨ 'ਚ ਚੇਂਜ ਦੇਖਣਾ ਚਾਹੁੰਦਾ ਕਿ ਭੈਣ ਨੂੰ ਕਿਸ ਤਰੀਕੇ ਨਾਲ ਆਪਣੀ ਭੈਣ ਨੂੰ ਬੁਲਾਉਣ ਦੀ ਲੋੜ ਹੈ, ਕਿ ਬ੍ਰਦਰ ਨੂੰ ਕਿਸ ਤਰੀਕੇ ਨਾਲ ਇੱਕ ਦੂਜੇ ਨਾਲ ਗੱਲ ਕਰਨ ਦੀ ਲੋੜ ਹੈ। ਉਹ ਜੋ ਫੋਨ ਕਾਲ ਨਹੀਂ ਕਰਦੇ, ਇੱਕ ਦੂਜੇ ਨੂੰ ਫੋਨ ਕਾਲ ਕਰੋ। ਇਹਨਾਂ ਦਿਨਾਂ ਵਿੱਚ ਇੱਕ ਦੂਜੇ ਦਾ ਹਾਲ ਪੁੱਛੋ, ਕਿਉਂਕਿ ਜੇ ਤੁਸੀਂ ਪ੍ਰਭੂ ਦੀ ਖਾਸ ਪਰਜਾ ਜੀ, ਫਿਰ ਤੁਹਾਡੇ ਕਰੈਕਟਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਸ ਕਰਕੇ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਤੁਹਾਡੇ ਮਨ ਦੇ ਵਿੱਚ ਆਪਣੇ ਮਨ ਦੀ ਗੱਲ ਨਾ ਮੰਨੋ, ਜੋ ਪਵਿੱਤਰ ਬਾਈਬਲ ਦੱਸਦੀ ਹੈ ਉਹਦੇ ਮੁਤਾਬਕ ਚਲੋ। ਔਰ ਮੇਰੇ ਜੀ ਸਾਥੀਓ, ਮੈਂ ਤੁਹਾਡੇ ਅੱਗੇ ਇਹੋ ਹੱਥ ਜੋੜਦਾ ਵਾਂ ਕਿ ਨੰਬਰ ਆਤਮਾ ਮੰਗੋ, ਕਿਉਂਕਿ ਵੇਖੋ 90 ਜ਼ਬੂਰ ਦੇ ਵਿੱਚ ਲਿਖਿਆ ਸੀ ਉਸ ਘਾਹ ਵਰਗੇ ਆ ਜਿਹੜਾ ਸਵੇਰੇ ਲੈ ਕਰਦਾ ਤੇ ਸ਼ਾਮ ਨੂੰ ਕੱਟਿਆ ਜਾਂਦਾ। 90 ਜ਼ਬੂਰ ਮੇਰੇ ਜੀ ਸਾਥੀ ਜ਼ਰੂਰ ਪੜਿਆ ਕਰੋ। ਵੇਖੋ ਤੁਸੀਂ 91 ਪੜ੍ਹਦੇ, 90 ਜ਼ਰੂਰ ਪੜੋ, ਕਿਉਂਕਿ 90 ਜ਼ਬੂਰ ਦੇ ਵਿੱਚ ਸਾਨੂੰ ਹਮੇਸ਼ਾ ਯਾਦ ਰਹੇਗਾ ਕਿ ਅਸੀਂ ਜ਼ਿਆਦਾ ਚਿਰ ਇਸ ਧਰਤੀ ਤੇ ਰਹਿਣ ਵਾਲੇ ਨਹੀਂ ਆ। ਅੱਜ ਲੋਕੀ ਘਰਾਂ ਤੋਂ ਲੜਨਦੇ ਆ, ਪੈਲੀ ਤੋਂ ਲੜਨਦੇ ਆ, ਜਾਇਦਾਦ ਤੋਂ ਝਗੜੇ ਹੋਣਦੇ ਆ, ਖਾਣ ਤੋਂ ਝਗੜੇ ਹੋਣਦੇ। ਕਿਉਂ ਕਾਰਨ ਕੀ ਆ? ਕਿਉਂਕਿ ਉਹਨਾਂ ਦੇ ਅੰਦਰ ਖੁਦਾ ਦਾ ਜੀਵਤ ਵਚਨ ਨਹੀਂ ਹੈ। ਜਦੋਂ ਤੁਸੀਂ ਬਾਈਬਲ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਭ ਕੁਝ ਇੱਥੇ ਛੱਡ ਕੇ ਜਾ ਰਹੇ ਆ। ਮੈਂ ਇੱਕ ਵਚਨ ਤੁਹਾਨੂੰ ਦੇਣ ਵਾਸਤੇ ਜਾ ਰਿਹਾ, ਜਿਹਨੇ ਲੋਕ ਤਿਮੋਥੀਸ ਪਹਿਲਾ ਤਿਮੋਥੀਸ ਦਾ 6 ਅਧਿਆਇ। ਔਰ ਕੱਲ ਦੀ ਮੀਟਿੰਗ ਦੇ ਵਾਸਤੇ ਮੈਂ ਸਭ ਨੂੰ ਬੋਲਦਾ ਕਿ ਆਪਣੇ ਘਰਾਂ ਦੇ ਵਿੱਚ ਕੱਲ ਦੀ ਮੀਟਿੰਗ ਦੇਖਿਓ, ਬਹੁਤ ਜਲਦੀ ਵੀਡੀਓ ਪਏਗੀ। ਔਰ ਘਰ ਬੈਠ ਕੇ ਵਚਨ ਸੁਣਨਾ। ਵਰਸ਼ੀ ਮੈਂ ਬ੍ਰਦਰ ਰਾਜਨ ਦੋਨੇ ਕੱਲ ਦੀ ਮੀਟਿੰਗ 'ਚ ਹੋਵਾਂਗੇ। ਔਰ ਜਿੰਨੇ ਦਿਨ ਪ੍ਰੋਬਲਮ ਚੱਲ ਰਹੀ ਆ ਔਰ ਲਾਈਟ ਵੀ ਬੰਦ ਹੋ ਰਹੀ, ਉਹਦੇ ਕਾਰਨ ਵੀਡੀਓ ਅਪਲੋਡ ਨਹੀਂ ਹੋ ਰਹੀ, ਸਮਾਂ ਨਹੀਂ ਇੰਨਾ ਜ਼ਿਆਦਾ ਹੈਗਾ। ਮੇਰਾ ਦਿਲ ਕਰਦਾ ਮੈਂ ਰੋਜ਼ ਆਨਲਾਈਨ ਹੋਵਾਂ, ਰੋਜ਼ ਦੇ ਰੋਜ਼ ਮੈਂ ਵੀਡੀਓ ਪਾਵਾਂ, ਔਰ ਉਹਦੇ ਕਾਰਨ ਹੀ ਪ੍ਰੋਬਲਮ ਹੈ। ਔਰ ਮੇਰੇ ਜੀ ਸਾਥੀਓ, ਮੈਂ ਤੁਹਾਨੂੰ ਦੇਖਣਾ ਚਾਹੁੰਦਾ ਕਿ ਤੁਸੀਂ ਲੋਕਡਾਊਨ ਦੇ ਵਿੱਚ ਕਿੰਨਾ ਸੁਭਾਅ ਚੇਂਜ ਕੀਤਾ, ਕਿੰਨੇ ਬਾਈਬਲ ਦੇ ਵਚਨ ਪੜ੍ਹੇ ਆ, ਕਿੰਨੀਆਂ ਪ੍ਰਾਰਥਨਾਵਾਂ ਕੀਤੀਆਂ, ਕਿੰਨੇ ਵਰਤ ਰੱਖੇ ਆ, ਕਿੰਨਾ ਆਪਣੇ ਦਾਸਾਂ ਲਈ ਪ੍ਰੇਰ ਕੀਤੀ, ਕਿੰਨੀ ਕਲੀਸਿਆ ਵਧਾਉਣ ਲਈ ਪ੍ਰੇਰ ਕੀਤੀ, ਕਿੰਨਾ ਦਾਨ ਬਚਾ ਕੇ ਰੱਖਿਆ ਇਹਨਾਂ ਦਿਨਾਂ ਦੇ ਵਿੱਚ। ਅਸੀਂ ਆਪਣੇ ਜਦ ਚਰਚ ਲੱਗਣਗੇ, ਅਸੀਂ ਆਪਣੇ ਦਾਸ ਦੇ ਨਾਲ ਮਿਲ ਕੇ ਚਰਚ ਦੀ ਹੈਲਪ ਕਰਾਂਗੇ। ਕਿਉਂਕਿ ਜਿੱਦਾਂ ਮੇਰੇ ਜੀ ਸਾਥੀ ਵੇਖੋ, ਗਰਮੀ 'ਚ ਵਿੱਚ ਸਾਨੂੰ ਜਨਰੇਟਰ ਦੀ ਲੋੜ, ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ। ਤੁਸੀਂ ਇਹ ਨਾ ਸੋਚੋ ਮੈਂ ਤੁਹਾਡੇ ਕੋਲ ਮੰਗਣ ਡਿਆ। ਬਾਈਬਲ ਦੇ ਵਿੱਚ ਲਿਖਿਆ ਜੋ ਇਨਸਾਨ ਬੋਂਦਾ ਉਹੀ ਇਨਸਾਨ ਕੱਟਦਾ। ਆਮੀਨ। ਕਿਉਂਕਿ ਮੈਨੂੰ ਖੁਦ ਲੋੜ ਆ ਕਿ ਮੈਂ ਬੀਜ ਬੋਵਾਂਗਾ ਤੇ ਖੁਦਾ ਨੂੰ ਵੱਢਾਂਗਾ। ਕਿਉਂਕਿ ਵੇਖੋ, ਆਪਾਂ ਆਪਣੇ ਟੈਡ, ਆਪਣੇ ਦਾਨ ਆਪਣੇ ਘਰਾਂ ਵਿੱਚ ਰੱਖੋ। ਜਦ ਵੀ ਚਰਚ ਸ਼ੁਰੂ ਹੋਏਗਾ, ਪ੍ਰੇਰ ਕਰੋ ਸਮੇਂ ਦੇ ਵਾਸਤੇ ਕਿ ਪ੍ਰਭੂ ਲੋਕਡਾਊਨ ਖੁੱਲੇ। ਔਰ ਜੋ ਹੋ ਰਿਹਾ ਵੇਖੋ, ਇੱਕ ਨਵੀਂ ਬਿਮਾਰੀ ਫੇਰ ਸ਼ੁਰੂ ਹੋ ਚੁੱਕੀ। ਪਿਛਲੀ ਵਾਰ ਬੋਲਿਆ ਸੀ ਕਿ ਇੱਕ ਬਿਮਾਰੀ ਹੋਰ ਆਉਣ ਵਾਲੀ। ਰਾਤ ਦੇ ਸਮੇਂ ਮੈਂ ਇੱਕ ਵੀਡੀਓ ਦੇਖ ਰਿਹਾ, ਬੋਲ ਰਿਹਾ ਕਿ ਇੱਕ ਬਿਮਾਰੀ ਫੇਰ ਆ ਗਈ, ਇਸ ਤੋਂ ਮਗਰ ਹੀ ਫੇਰ ਆ ਗਈ ਹੈ। ਔਰ 'ਚ ਬਹੁਤ ਸਾਰੇ ਬੱਚਿਆਂ ਦਾ ਨੁਕਸਾਨ ਹੋ ਰਿਹਾ। ਬੱਚਿਆਂ ਦੇ ਵਾਸਤੇ ਉਹ ਧਿਆਨ ਕਰਿਆ। ਵੇਖੋ ਮੇਰੇ ਜੀ ਸਾਥੀਓ, ਤੁਸੀਂ ਦੇਖੋ ਕਿ ਮੈਂ ਕਿਸੇ ਨੂੰ ਡਰਾਉਂਦਾ ਨਹੀਂ ਹੈ, ਕਿ ਤੁਸੀਂ ਇਹ ਨਾ ਸੋਚੋ ਕਿ ਪਾਸਟਰ ਡਰਾਉਂਦਾ ਤੁਹਾਨੂੰ। ਨਾ, ਮੈਂ ਕੰਨ ਫੜ ਕੇ ਮਾਫੀ ਮੰਗਦਾ। ਜੋ ਪਰਮੇਸ਼ਰ ਮੈਨੂੰ ਬੋਲਦਾ ਮੈਂ ਤੁਹਾਨੂੰ ਉਹੀ ਦੱਸਦਾ, ਕਿਉਂਕਿ ਤੁਸੀਂ ਮੇਰੇ ਭੈਣ ਭਰਾ ਜੀ। ਮੈਂ ਕਿਉਂ ਤੁਹਾਨੂੰ ਡਰਾਵਾਂਗਾ? ਆਪਾਂ ਸਾਰੇ ਭੈਣ ਭਰਾਵਾਂ, ਆਪਾਂ ਸਾਰੇ ਮਿਲ ਕੇ ਉਸ ਬਿਮਾਰੀ ਲਈ ਪ੍ਰੇਰ ਕਰਾਂਗੇ, ਆਪਣੇ ਦੇਸ਼ ਲਈ ਪ੍ਰੇਰ ਕਰੀਏ, ਆਪਣੀ ਕਲੀਸਿਆ ਲਈ ਪ੍ਰੇਰ ਕਰੀਏ। ਆਪਣੀ ਕਲੀਸਿਆ 'ਚ ਜਿਹੜੇ ਭੈਣ ਭਰਾ ਗਰੀਬ ਆਪਾਂ ਉਹਨਾਂ ਵੱਲ ਵੀ ਧਿਆਨ ਮਾਰੀਏ, ਕਿਉਂਕਿ ਹੁਣੇ ਤਾਂ ਆਪਾਂ ਪੜ੍ਹਿਆ ਕਿ ਨਿਰਾ ਆਪਣੇ ਹਾਲ ਲਈ ਧਿਆਨ ਨਾ ਰੱਖ, ਦੂਸਰੇ ਦੀ ਵੀ ਨਿਗਾਹ ਕਰ। ਆਮੀਨ। ਇਸ ਕਰਕੇ ਮੈਂ ਧੰਨਵਾਦ ਕਰਦਾ, ਚਾਹੇ ਉਹ ਮੇਰੇ ਚਰਚ ਵਿੱਚ ਆਉਂਦੇ ਆ ਚਾਹੇ ਨਹੀਂ ਆਉਂਦੇ, ਉਹ ਵੀ ਮੇਰੇ ਭੈਣ ਭਰਾ ਵਾ। ਕਿਉਂਕਿ ਇਹ ਸਮਾਂ ਜਿਹੜਾ ਵਾ, ਇਹ ਨਹੀਂ ਵੇਖਣਾ ਕਿ ਉਹ ਕਿੱਥੇ ਆ ਜਾਂ ਕਿੱਦਾਂ। ਆਪਾਂ ਸਾਰੇ ਭੈਣ ਭਰਾ, ਆਪਾਂ ਸਾਰਿਆਂ ਨੂੰ ਮਿਲ ਕੇ ਹੀ ਇੱਕ ਮੁੱਠ ਹੋਣ ਦੀ ਲੋੜ ਹੈ। ਵੇਖੋ, ਸਟਾਰਟਿੰਗ ਪੜ੍ਹੇ ਇੱਕ ਮਨ ਇੱਕ ਚਿੱਤ ਬਣਨ ਦੀ ਲੋੜ ਹੈ। ਕਿਉਂਕਿ ਬਾਈਬਲ ਵਿੱਚ ਜੋ ਸੰਤ ਪੌਲੁਸ ਫਿਲਿੱਪੀਆਂ ਨੂੰ ਸਿਖਾ ਰਿਹਾ, ਉਹ ਕੁਝ ਸਾਨੂੰ ਸਿਖਾ ਰਿਹਾ। ਅੱਜ ਮੇਰੇ ਜੀ ਸਾਥੀਓ, ਪਹਿਲੀ ਸਦੀ ਦੀ ਕਲੀਸਿਆ ਵੇਖੋ, ਉਹਨਾਂ 'ਚ ਕਿੰਨਾ ਪਿਆਰ ਸੀ। ਕਿ ਮੇਰੇ ਕੋਲ ਇੰਨਾ ਸਮਾਂ ਨਹੀਂ, ਹੁਣ ਮੈਂ ਜ਼ਿਆਦਾ ਗੱਲ ਕਰਾਂ। ਹੁਣ ਇਸ ਟਾਈਮ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ। ਔਰ ਕੱਲ ਦੇ
जो मैं यूसुफ की कहानी तुहानूं सुनावांगा कि यूसुफ को अभिषेक सी खुदा दा और अभिषेक दे कारण प्रभु ने उन्हें कितना वड्डी बरकत दी है। इब्रानी बंदा सी, दस्सिया कि ਉਹਦੇ ਭਰਾਵਾਂ ਨੇ ਉਹਨੂੰ ਵੇਚ ਦਿੱਤਾ ਮਿਦਜਾਨੀਆਂ ਨੂੰ, ਪੋਟੀਫਰ ਕੁਸਰੇ ਨੇ ਖਰੀਦਿਆ। ਕਿੰਨੀ ਮੁਸੀਬਤ ਰਹੀ यूसुफ ਤੇ ਵਿਚਾਰੇ ਦੀ। ਅੱਜ ਮੰਨ ਲਓ ਲੋਕਡਾਊਨ ਨੇ, ਕਿੰਨੀਆਂ ਮੁਸੀਬਤਾਂ, ਪਰ ਇੱਕ ਦਿਨ ਜਿਹੜਾ ਇਹਨਾਂ ਦਿਨਾਂ 'ਚ ਮਸੀਹ ਦੇ ਨਾਲ ਬਣਿਆ ਰਹੇਗਾ, ਵੀ ਵਿਚਾਰ ਤੋਂ ਬਚਿਆ ਰਹੇਗਾ, ਤੇ ਸਮਝ ਲਓ ਆਉਣ ਵਾਲਾ ਸਮਾਂ ਦਾ ਬੈਸਟ ਇਸ ਕੰਮ ਉਸ ਬੰਦੇ ਲਈ ਆ। ਸੱਚਾਈ ਹੈ ਮੇਰੇ ਜੀ ਸਾਥੀ, ਜਦ ਮੈਂ ਬਾਈਬਲ ਪੜ੍ਹਦਾ ਮੇਰੇ ਮਨ ਨੂੰ ਆਨੰਦ ਆਉਂਦਾ ਕਿ ਵਾਕਿਆ ਪਰਮੇਸ਼ਵਰ यूसुफ ਵਫਾਦਾਰ ਸੀ। ਔਰ यूसुफ ਨੂੰ ਕਿੱਥੋਂ ਤੁਸੀਂ ਚੁੱਕਿਆ। ਮੈਂ ਅੱਜ ਖੁਦਾ ਦਾ ਵਚਨ ਪੜ੍ਹ ਰਿਹਾ ਸੀ ਕਿ यूसुफ, ਜਦ ਮੈਂ उत्पत्ति 40, 39, 40, 41 तीन चैप्टर पढ़े ਉਹਦੇ मैं, और मेरे जी साथी बहुत सारा आनंद आਉਂਦਾ ਜਦੋਂ खुदा ਦੀ ਬਾਣੀ ਨੂੰ ਪੜ੍ਹੀਦਾ, ਔਰ ਰੂਹ ਜਿਹੜੀ ਖੁਸ਼ ਹੁੰਦੀ ਹੈ, ਕਿਉਂਕਿ ਜਿੰਨਾ ਚਿਰ ਪਵਿੱਤਰ ਬਾਈਬਲ ਦੀ ਤੁਹਾਨੂੰ ਸਮਝ ਨਹੀਂ ਲੱਗਦੀ, ਤੁਹਾਨੂੰ ਸਮਝ ਨਹੀਂ ਲੱਗੇਗੀ। ਔਰ ਜਦੋਂ खुदा ਦਾ ਵਚਨ ਅਸੀਂ ਪੜ੍ਹਿਆ, ਉਸ ਵਚਨ ਦੇ ਵਿੱਚ ਹੀ खुदा ਨੇ ਇੱਕ ਇੱਕ ਭੇਦ ਸਾਡੇ ਤੇ ਪ੍ਰਗਟ ਕੀਤਾ ਕਿ यूसुफ ਦੀ ਜਦ ਪੋਟੀਫਰ ਦੀ ਘਰ ਵਾਲੀ ਉਹਦੇ ਨਾਲ ਗਲਤ ਰਿਲੇਸ਼ਨ ਬਣਾਉਣਾ ਚਾਹੁੰਦੀ ਸੀ ਦੁਬਾਰਾ, और बाइबल च लिखा वो खुदा दा दास इस तरह का नहीं सी। उसने इल्जाम लगाया ते ਉਹਦੇ घर वाले ने गुस्से जाने के ਉਹਨੂੰ कैदखाने च पाता। शॉर्ट फॉर्म च स्टोरी सुना रहा। उस तो बाद बाइबल च लिखा उस जगह ते जो 40 अध्याय ਵਿੱਚ ਤੁਸੀਂ ਪੜ੍ਹਦੇ, ਸਾਕੀ ਰਸੋਈਏ ਦੋ ਸਰਦਾਰ ਜਿਨ੍ਹਾਂ ਤੋਂ ਰਾਜਾ ਨਾਰਾਜ਼ ਹੋ ਗਿਆ ਤੇ ਰਾਜੇ ਨੇ ਦੱਸਿਆ ਕਿ ਉਹਨਾਂ ਦੋਨਾਂ ਨੂੰ ਕੈਦਖਾਨੇ ਵਿੱਚ ਪਾਤਾ। ਬਾਈਬਲ ਦੇ ਵਿੱਚ ਲਿਖਿਆ ਉਹਨਾਂ ਦੋਨਾਂ ਨੂੰ ਸੁਪਨੇ ਆਏ, ਇੱਕ ਅਲੱਗ-ਅਲੱਗ। ਉਹਨੇ ਸੁਪਨਿਆਂ ਦਾ ਅਰਥ ਦੱਸਿਆ, और बाइबल ਦੇ ਵਿੱਚ ਲਿਖਿਆ ਜਦ ਉਹਨੇ ਸੁਪਨਿਆਂ ਦਾ ਅਰਥ ਦੱਸਿਆ ਵਾ ਤੇ ਉਹਨੇ ਅਲੱਗ-ਅਲੱਗ ਦੋਨੋਂ ਨੂੰ ਅਰਥ ਦੱਸਿਆ ਕਿ ਇੱਕ ਨੂੰ ਬਲੈਸ ਕੀਤਾ ਜਾਏਗਾ, ਫਿਰ ਦੁਬਾਰਾ ਆਪਣੀ ਨੌਕਰੀ ਤੇ ਜਾਏਗਾ, ਔਰ ਉਸ ਤੋਂ ਬਾਅਦ ਕੀ ਹੋਏਗਾ ਕਿ ਉਹ ਆਂਦਾ ਮੈਂ ਇੱਕ ਸੁਪਨਾ ਦੇਖਿਆ। ਮੈਂ ਸ਼ਾਰਟ ਫਾਰਮ ਕਰ ਰਿਹਾ, ਕੱਲ ਮੈਂ ਪੂਰੀ ਕਲੀਅਰ ਤੁਹਾਨੂੰ ਸੁਣਾਵਾਂਗਾ, ਕੱਲ ਦੀ ਮੀਟਿੰਗ 'ਚ ਕਲੀਅਰ ਹੋਏਗੀ। ਔਰ ਸੁਪਨੇ ਦੇ ਅਰਥ ਦੱਸੇ, ਔਰ ਖੁਦਾ ਨੇ ਉਹਨੂੰ ਬਲੈਸ ਕੀਤਾ। ਉਹਨੂੰ ਫਿਰ ਉਹਦੇ ਤੇ ਰੱਖਿਆ ਗਿਆ ਜਿਹੜਾ ਦੂਸਰਾ ਸੀ। ਉਹਨੇ ਕਿਹਾ ਮੈਂ ਸੁਪਨਾ ਦੇਖਿਆ, ਮੈਂ ਵੀ ਇੱਕ ਸੇਮ ਸੁਪਨਾ ਦੇਖਿਆ ਕਿ ਮੇਰੇ ਸਿਰ ਤੇ 3 ਟੋਕਰੀਆਂ ਔਰ ਉਹਦੇ ਵਿੱਚ ਵੱਖਰੇ ਵੱਖਰੇ ਪਕਵਾਨ ਜਿਹੜੇ ਰਾਜੇ ਵਾਸਤੇ ਬਣੇ। ਦੱਸਿਆ ਕਿ ਉਹਦੇ ਉੱਪਰ ਕਾਂ ਜਿਹੜਾ ਚੁੰਝਾ ਮਾਰਨ ਡਿਆ। ਆਮੀਨ। ਇਹ ਮੈਂ ਅਭਿਸ਼ੇਕ ਦੀ ਗੱਲ ਦੱਸਦਾ ਕਿ ਜਦ ਮੇਰੀ ਤਰੱਕੀ ਹੋਈ ਹੈ ਤਾਂ ਉਹ ਅਭਿਸ਼ੇਕ ਦੇ ਕਾਰਨ, ਅਨੋਇੰਟਿੰਗ ਦੇ ਕਾਰਨ, ਕਿ ਪ੍ਰਭੂ ਨੇ ਮੈਨੂੰ ਅਨੋਇੰਟਿੰਗ, ਪ੍ਰਭੂ ਨੇ ਮੈਨੂੰ ਪ੍ਰੋਫਿਟ ਬਣਾਇਆ ਔਰ ਮੈਨੂੰ ਆਉਣ ਵਾਲੇ ਸਮੇਂ ਦੀ ਗਿਫਟ ਦਿੱਤੀ ਆ ਕਿ ਜਦ ਮੇਰੇ ਦੁਆਰਾ ਲੋਕ ਖੁਦਾ ਦੀ ਬਾਣੀ ਨੂੰ ਸੁਣਦੇ, ਖੁਦਾ ਦੀ ਮਹਿਮਾ ਨੂੰ ਸੁਣਦੇ ਆ, ਔਰ ਖੁਦਾ ਦੇ ਕੰਮਾਂ ਨੂੰ ਜਦ ਭਵਿੱਖਬਾਣੀਆਂ ਨੂੰ ਸੁਣਦੇ ਨੇ, ਔਰ ਖੁਦਾ ਉਹ ਕੰਮ ਕਰਦਾ, ਉਹ ਸੁਪਰ ਡੁਪਰ ਖੁਦਾ ਮੈਨੂੰ ਬਲੈਸ ਕਰਦਾ ਜਿਸ ਤਰ੍ਹਾਂ यूसुफ ਨੂੰ ਕਰਦਾ ਸੀ। ਆਮੀਨ। ਉੱਥੇ ਲਿਖਿਆ ਕਿ ਉਸ ਤੋਂ ਬਾਅਦ ਜਦ ਅਸੀਂ ਪੜ੍ਹਦੇ ਹਾਂ ਕਿ ਜਦ ਉਸਨੇ ਸੁਪਨੇ ਦਾ ਅਰਥ ਦੱਸਿਆ, ਉਹਨੇ ਬੋਲਿਆ ਕਿ ਸੇਮ ਸੁਪਨਾ ਮੈਨੂੰ ਵੀ ਆਇਆ। ਉਹਨੇ ਬੋਲੇ ਪਰਮੇਸ਼ਵਰ ਦੇ ਦਾਸ यूसुफ ਨੇ ਕੀ ਬੋਲਿਆ ਕਿ ਉਹ 3 ਦਿਨ ਕੀ ਆ, ਉਹ 3 ਟੋਕਰੀਆਂ 3 ਦਿਨ ਆ ਕਿ ਰਾਜਾ ਕੀ ਕਰੇਗਾ, ਤੈਨੂੰ ਫਾਂਸੀ ਦੇਵੇਗਾ, ਤੇਰੀ ਗਰਦਨ ਕੱਟ ਦੇਵੇਗਾ ਤੇ ਕਾਂ ਜਿਹੜਾ ਕਿ ਤੈਨੂੰ ਤੇਰੀ ਲਾਸ਼ ਦੇ ਉੱਪਰ ਤੇਰੇ ਮਾਂਸ ਨੂੰ ਖਾਣਗੇ। ਆਮੀਨ। ਇਸੇ ਤਰ੍ਹਾਂ ਆ। ਉਸ ਤੋਂ ਬਾਅਦ ਬਾਈਬਲ 'ਚ ਲਿਖਿਆ ਕਿ ਜਿਹੜਾ ਬੰਦਾ ਬਹਾਲ ਹੋਇਆ ਵਾ ਉਹਨੂੰ ਕੀ ਆਖਿਆ, ਪਰਮੇਸ਼ਵਰ ਦੇ ਦਾਸ ਨੇ ਆਖਿਆ ਕਿ ਭਾਈ ਰਾਜੇ ਨਾਲ ਮੇਰੀ ਗੱਲ ਕਰੀ, ਮੈਨੂੰ ਕਢਾ ਯਾਰ ਇੱਥੋਂ, ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ, ਨਾ ਮੈਂ ਉੱਥੇ ਕੀਤੀ ਨਾ ਮੈਂ ਇੱਥੇ ਕੀਤੀ ਆ, ਮੈਨੂੰ ਕਢਾਈ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਜਦ ਉਹ ਰਸੋਈਆ ਜਿਹੜਾ ਪਿਓਆ ਸੀ ਰਾਜੇ ਦਾ, ਜਿਹੜਾ ਰਾਜੇ ਦੇ ਹੱਥ ਦੇ ਜੂਸ ਅੰਗੂਰਾਂ ਦਾ ਰਸ ਰੱਖਦਾ ਸੀ, ਅੰਗੂਰ ਨਿਚੋੜਦਾ ਸੀ, ਦੱਸਾਂ ਕਿ ਇੱਕ ਪਾਲਟੀ ਵਿੱਚ ਉਹਦਾ ਫਿਰ ਉਹਨੂੰ ਉਹਦਾ ਉੱਚਾ ਮਿਲਿਆ, ਕਿਉਂਕਿ ਜਿਸ ਤਰ੍ਹਾਂ ਪ੍ਰਭੂ ਦੇ ਦਾਸ ਨੇ ਪ੍ਰੋਫੈਸੀ ਕੀਤੀ ਸੀ, ਉਹ ਪ੍ਰੋਫੈਸੀ ਸੇਮ ਪੂਰੀ ਹੋਈ ਜੋ ਉਹਨੇ ਸੁਪਨੇ ਦਾ ਅਰਥ ਦੱਸਿਆ। ਔਰ ਬਾਈਬਲ ਦੇ ਵਿੱਚ ਦੱਸਿਆ ਕਿ ਉਸ ਤੋਂ ਬਾਅਦ ਉਹਨੂੰ ਚੇਤਾ ਭੁੱਲ ਗਿਆ यूसुफ ਦਾ। ਔਰ ਮੇਰੇ ਜੀ ਸਾਥੀਓ, ਫਿਰ ਬਾਈਬਲ 'ਚ ਲਿਖਿਆ 2 ਸਾਲ ਬਾਅਦ ਰਾਜੇ ਨੂੰ ਸੁਪਨਾ ਆਇਆ। ਆਮੀਨ। ਇਹ ਕਮਿੰਗ ਸੌਨ ਕੱਲ ਆਪਾਂ ਸ਼ੁਰੂ ਕਰਾਂਗੇ, ਮੈਂ ਉਸ ਸਾਈਡ ਨਹੀਂ ਜਾਵਾਂਗਾ। ਕਮਿੰਗ ਸੌਨ ਕੱਲ ਫਿਰ। ਔਰ ਪ੍ਰਭੂ ਤੁਹਾਨੂੰ ਘਰਾਂ ਦੇ ਵਿੱਚ ਬਲੈਸਡ ਕਰੇ, ਤੁਹਾਡੇ ਘਰਾਣੇ ਬਲੈਸ ਹੋਣ, ਪ੍ਰਭੂ ਤੁਹਾਨੂੰ ਆਸ਼ੀਸ਼ਿਤ ਕਰੇ। ਆਪਾਂ ਸਾਰੇ ਪ੍ਰੇਅਰ ਕਰਾਂਗੇ। ਔਰ ਜਿੰਨੇ ਲੋਕਾਂ ਨੇ ਅੱਜ ਦੇ ਜੀਵਤ ਵਚਨ ਨੂੰ ਸੁਣਿਆ ਕਿ ਸਾਨੂੰ ਸੁਭਾਅ ਬਦਲਣਾ ਚਾਹੀਦਾ, ਮੇਰੇ ਜੀ ਸਾਥੀ, ਜੋ ਅਨੋਇੰਟਿੰਗ ਤੁਹਾਡੇ ਜੀਵਨ 'ਚ ਆ ਤਾਂ ਤੁਹਾਡੀ ਤਰੱਕੀ ਨੂੰ बढ़न ਤੋਂ ਕੋਈ ਨਹੀਂ ਰੋਕ ਸਕਦਾ। ਪਵਿੱਤਰ ਬਾਈਬਲ ਤੁਹਾਡੇ ਜੀਵਨ 'ਚ ਆ, ਤੁਹਾਡੀ ਤਰੱਕੀ ਦਿਨ ਪ੍ਰਤੀ ਦਿਨ बढ़ेगी। ਤੁਹਾਡਾ ਕਰੈਕਟਰ ਅੱਛਾ, ਤੁਸੀਂ ਕਿਸੇ ਵੀ ਇਸਤਰੀ ਵੱਲ ਨਹੀਂ ਦੇਖਦੇ, ਕਿਸੇ ਵੀ ਤਾਸ਼ ਵਾਲੇ ਬੰਨੇ ਨਹੀਂ ਜਾਂਦੇ, ਕਿਸੇ ਵੀ ਪਾਪ ਵੱਲ ਨਹੀਂ ਜਾਂਦੇ। ਤੇ ਮੈਂ ਕਹਿਣ ਡਿਆ ਕਿ ਜੇ ਘਰਾਂ 'ਚ ਬੈਠ ਕੇ ਤੁਸੀਂ ਰੋਜ਼ੇ ਰੱਖੇ ਆ, ਬਾਈਬਲ ਪੜ੍ਹੀ ਆ, ਸਮਾਂ ਸਪੈਂਡ ਕੀਤਾ ਤੇ ਤਿਆਰ ਹੋ ਜਾਓ ਬਰਕਤਾਂ ਦੇ ਵਾਸਤੇ। ਤੇ ਜੇ ਤੁਸੀਂ ਤਾਸ਼ਾਂ ਖੇਡੀਆਂ, मोबाइल चलाए ने, बुरे काम किए ने, तो फिर मैं कुछ नहीं कह सकता ਤੁਹਾਡੇ ਬਾਰੇ, क्योंकि मैं पहले बोलता कि जो बोओगे वो तुसी कटोगे। आमीन। जिन्हां दिनां विच दुखां विच तुसी भुख प्यास रखी है, बाइबल पढ़ी आ, अखां सजाइयां,
ਰਾਤ ਦਿਨ ਮਿਹਨਤ ਕੀਤੀ ਆ ਤੇ ਮੈਂ ਕਿਹਾ ਤੁਸੀਂ ਦਾ ਬੈਸਟ ਇਸ ਕੰਮ ਤੁਹਾਨੂੰ ਖੁਦਾ ਬੜੀਆਂ ਵੱਡੀਆਂ ਆਸ਼ਾ ਦੇਣ ਜਾ ਰਿਹਾ। ਆਮੀਨ। ਇਸ ਕਰਕੇ ਮੇਰੇ ਜੀ ਸਾਥੀਓ, ਤੁਹਾਡਾ ਕਰੈਕਟਰ ਹੀ ਤੁਹਾਡੇ ਲਈ ਭਵਿੱਖਬਾਣੀ ਆ, ਤੁਹਾਡਾ ਸੁਭਾਅ ਹੀ ਤੁਹਾਡੇ ਲਈ ਭਵਿੱਖਬਾਣੀ ਆ। ਆਪਣੇ ਸੁਭਾਅ ਵਿੱਚ ਨਵੇਂ ਬਣੋ। ਪ੍ਰਾਰਥਨਾ ਕਰੋ, ਪ੍ਰਭੂ ਮੇਰਾ ਸੁਭਾਅ ਬਦਲੇ। ਜੋ ਮੇਰੇ ਆਤਮਿਕ ਪਿਤਾ ਨੇ ਅੱਜ ਮੈਨੂੰ, ਮੈਨ ਆਫ ਗੋਡ ਨੇ, ਜੋ ਮੇਰੇ ਦਾਸ ਨੇ ਮੈਨੂੰ ਸਿਖਾਇਆ ਵਾ, ਮੈਂ ਜਦ ਮੰਡਲੀ ਦੇ ਵਿੱਚ ਆਵਾਂ ਤੇ ਮੇਰਾ ਦਾਸ ਮੇਰੇ ਜੀਵਨ 'ਚ ਚੇਂਜ ਵੇਖੇ, ਮੇਰੀ ਲਾਈਫ ਨੂੰ ਚੇਂਜ ਦੇਖੇ, ਮੇਰੀ ਲਾਈਫ ਚੇਂਜ ਹੋਈ ਹੋਵੇ। ਆਮੀਨ। ਔਰ ਮੈਂ ਤੁਹਾਡੀ ਲਾਈਫ ਨੂੰ ਚੇਂਜ ਦੇਖਣਾ ਚਾਹੁੰਦਾ। ਪੌਲੁਸ ਲਿਖਦਾ ਕਿ ਮੈਂ ਜਿਹੋ ਜਿਹਾ ਤੁਹਾਨੂੰ ਵੇਖਣਾ ਚਾਹੁੰਦਾ, ਜਿਹੋ ਜਿਹਾ ਨਾ ਵੇਖਾਂ, ਤੇ ਜਿਹੋ ਜਿਹਾ ਤੁਸੀਂ ਮੈਨੂੰ ਵੇਖਣਾ ਚਾਹੁੰਦੇ ਹੋ, ਜਿਹਾ ਨਾ ਵੇਖੋ, ਤੇ ਮੈਂ ਸੋਚਾਂਗਾ ਕਿ ਮੇਰੀ ਮਿਹਨਤ ਅਕਰਤ ਗਈ ਹੈ। ਆਮੀਨ। ਸਭ ਆਪਣੀ ਆਈਜ਼ ਨੂੰ ਬੰਦ ਕਰਾਂਗੇ, ਅਸੀਂ ਪ੍ਰੇਅਰ ਕਰਨ ਵਾਸਤੇ ਜਾ ਰਹੇ ਹਾਂ। Shimara hunama shinama la pausini bore kina masina basiara Shimuna na masuka na boje benegele masama la boshe ne beleke beleke malabazore beneka malama limuna malabashuna balaka malabash। ਧੰਨਵਾਦ ਕਰਦੇ ਮੇਰੇ ਸਾਮਰਥੀ ਪਿਤਾ, ਅੱਜ ਦੀ ਪ੍ਰੀਚਿੰਗ ਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ। ਅੱਜ ਦੇ ਵਚਨ ਦੇ ਵਾਸਤੇ ਮੈਂ ਧੰਨਵਾਦ ਕਰਦਾ ਪਰਮੇਸ਼ਰ। ਜਿਹਨੇ ਲੋਕ ਅੱਜ ਇਸ ਵੀਡੀਓ ਨੂੰ ਦੇਖ ਰਹੇ ਨੇ, ਘਰਾਂ ਦੇ ਵਿੱਚ ਆਸ਼ੀਸ਼ਿਤ ਹੋਣ ਔਰ ਉਹਨਾਂ ਦਾ ਸਮਾਂ ਦਾ ਬੈਸਟ ਇਹਨਾਂ ਦੇ ਜੀਵਨ 'ਚ ਬੜੇ, ਇਹਨਾਂ ਦੇ ਘਰਾਣੇ ਬਰਕਤ ਪਾਉਣ। ਇਹਨਾਂ ਦੇ ਘਰਾਣਿਆਂ ਵਾਸਤੇ ਪ੍ਰਾਰਥਨਾ ਕਰਦਾ, ਇਹਨਾਂ ਦੀ ਲਾਈਫ ਚੇਂਜ ਵਾਸਤੇ ਪ੍ਰੇਅਰ ਕਰਦਾ, ਇਹਨਾਂ ਦੇ ਮਨਾਂ ਨੂੰ ਬਦਲਣ ਵਾਸਤੇ ਪ੍ਰੇਅਰ ਕਰਦਾ ਮੇਰੇ ਪਿਤਾ। ਔਰ ਸਾਰੀ ਮਹਿਮਾ ਸਾਰਾ ਆਦਰ ਤੁਹਾਨੂੰ ਦੇਣਾ। ਧੰਨਵਾਦ ਕਰਦੇ ਪਿਤਾ, ਸਾਡੀ ਪ੍ਰੇਅਰ ਨੂੰ ਸੁਣੋ, ਕਬੂਲ ਕਰੋ, ਯੀਸ਼ੂ ਕੇ ਨਾਮ ਮੇ ਆਮੀਨ ਆਮੀਨ ਆਮੀਨ। ਧੰਨਵਾਦ ਕਰਦੇ ਪਰਮੇਸ਼ਰ ਦਾ ਬੈਸਟ ਇਜ਼ ਕਮ ਨੈਕਸਟ। ਕੱਲ ਤਿਆਰ ਹੋ ਜਾਓ ਮੀਟਿੰਗ ਦੇ ਵਾਸਤੇ। ਕੱਲ ਦੀ ਮੀਟਿੰਗ ਜੋ ਬੁੱਧਵਾਰ ਦੀ ਹੋ ਰਹੀ ਹੈ, ਮੈਂ ਬ੍ਰਦਰ ਰਾਜਨ ਵਰਸ਼ਿਪ ਕਰਾਂਗੇ ਔਰ ਫੇਸਬੁੱਕ ਲਾਈਵ ਵੀ ਤੁਹਾਨੂੰ ਮੈਂ ਕੱਲ ਦਵਾਂਗਾ। ਤੁਹਾਨੂੰ ਸਾਰਿਆਂ ਨੂੰ ਆਪਣੀ ਆਈਡੀ ਦਵਾਂਗਾ। ਫੇਸਬੁੱਕ ਤੁਸੀਂ ਆਪਣੇ ਘਰਾਂ 'ਚ ਬਹਿ ਕੇ ਲਾਈਵ ਮੀਟਿੰਗ ਦੇਖ ਸਕਦੇ ਔਰ YouTube ਤੋਂ ਬਾਅਦ YouTube 'ਚ ਵੀ ਦੇਖ ਸਕਦੇ। ਔਰ ਪਰਮੇਸ਼ਰ ਤੁਹਾਨੂੰ ਬਲੈਸ ਕਰੇ। ਗੋਡ ਬਲੈਸ ਯੂ ਆਲ। ਮੈਂ ਧੰਨਵਾਦ ਕਰਦਾ ਆਪਣੇ ਪਰਮੇਸ਼ਰ ਦਾ। ਔਰ ਤੁਸੀਂ ਘਰਾਂ ਵਿੱਚ ਵੀ ਰਹਿ ਕੇ ਪਰਮੇਸ਼ਰ ਦੀ ਮਹਿਮਾ ਕਰੋ। ਔਰ ਬਾਈਬਲ 'ਚ ਲਿਖਿਆ, ਉੱਠਦੇ ਬੈਠਦੇ ਲੇਟਦੇ ਆਪਣੇ ਬੱਚਿਆਂ ਨੂੰ ਪ੍ਰਭੂ ਦੀ ਮਹਿਮਾ ਸਿਖਾਓ। ਔਰ ਮੈਂ ਧੰਨਵਾਦ ਕਰਦਾ ਅੱਜ ਦੇ ਦਿਨ ਵਾਸਤੇ ਆਪਣੇ ਪਰਮੇਸ਼ਰ ਦਾ, ਜਿਹਨੇ ਸਾਨੂੰ ਰੂਬਰੂ ਕੀਤਾ। ਔਰ ਬਹੁਤ ਜਲਦੀ ਰੂਬਰੂ ਹੋਵਾਂਗੇ। ਔਰ ਸੋਸ਼ਲ ਮੀਡੀਆ ਦੁਆਰਾ ਅਸੀਂ ਜੋ ਮਿਲ ਰਹੇ ਲਗਾਤਾਰ। ਔਰ ਧੰਨਵਾਦ ਕਰਦੇ ਵੀ, ਬਹੁਤ ਵੱਡਾ ਇੱਕ ਜ਼ਰੀਆ ਖੁਦਾ ਨੇ ਦਿੱਤਾ ਵਾ, ਕਿਉਂਕਿ ਵੀਡੀਓ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰ ਲੈਂਦੇ ਹਾਂ। ਆਮੀਨ। ਔਰ ਮੈਂ ਬਹੁਤ ਜਲਦ ਆ ਰਿਹਾ ਪਿੰਡ ਸੋਈਆਂ ਦੇ ਵਿੱਚ, ਜੋ ਸ਼ਰਾਬਾਨੀ ਮੈਂ ਘਰਾਂ ਵਿੱਚ ਆਣ ਕੇ ਦੇਵਾਂਗਾ, ਜਿਹੜੀ ਮੇਰੀ ਕਲੀਸਿਆ। ਔਰ ਪਿੰਡ ਹਰੀਆਂ ਦੇ ਵਿੱਚ ਸ਼ਰਾਬਾਨੀ ਕਰਾਂਗਾ। ਔਰ ਜਿੱਥੇ ਘੱਟੋ ਘੱਟ 10 ਘਰ ਆ, ਮੈਂ ਉੱਥੇ ਆਣ ਕੇ ਸ਼ਰਾਬਾਨੀ ਕਰਾਂਗਾ। ਆਮੀਨ। ਦ ਬੈਸਟ ਇਜ਼ ਕਮ ਨੈਕਸਟ। ਦ ਬੈਸਟ ਇਜ਼ ਕਮ ਨੈਕਸਟ। ਧੰਨਵਾਦ ਕਰਦਾ ਆਪਣੇ ਪਰਮੇਸ਼ਵਰ ਦਾ। ਔਰ ਜਿੰਨੇ ਵੀ ਜਦ ਤੱਕ ਅਸੀਂ ਨਹੀਂ ਮਿਲਦੇ, ਦ ਬੈਸਟ ਇਜ਼ ਕਮ। ਪਰਮੇਸ਼ਵਰ ਦੇ ਵਿੱਚ ਬਣੇ ਰਹੋ। ਖੁਦਾ ਤੁਹਾਨੂੰ ਬਲੈਸ ਕਰੇ, ਖੁਦਾ ਤੁਹਾਨੂੰ ਆਸ਼ੀਸ਼ ਦੇਵੇ, ਪ੍ਰਭੂ ਤੁਹਾਨੂੰ ਬਹੁਤ ਤਰੱਕੀ ਦੇਵੇ। ਔਰ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ। ਆਮੀਨ।